माणिक भगत वैराग गुरु ग्रंथ साहिब उदद बंदो कर अनुराग। श्री गुर शब्द कमाए जिन जीते पंच बेकार। तिन संतन को बंदना सिर चरणन पर तार। एक ओंकारा सतगुरु ते प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी दोहरा। श्री गुर चरण सरोज की राज सिखल गल पाए। मन गयंद को रोक कर कहों तथा गत दाए। श्री गुर चरण सरोज की। वाहिगुरु जी का खालसा वाहिगुरु जी की फतेह। धन धन श्री गुरु नानक देव साहिब जी महाराज। धन धन श्री गुरु गोबिंद सिंह साहिब जी महाराज। दसे गुरु साहिबाना दी आत्मक जोत चवर छतर सिंघासन तख्त दे मालक। धन धन श्री गुरु ग्रंथ साहिब जी महाराज। सतगुरु जी दी साजी निवाजी गुरु रूप गुरु प्यारी साध संगत जीओ। आप जी कर्मां वाले हो जो धन धन श्री गुरु अर्जन देव महाराज जी के पावन पवित्र स्थान विखे हाजरियां भर के गुरु जी की धुर की बाणी सो दर रह रास है बाणी जाप सरवण करके लाहा प्राप्त कर रहे हो। सच्चे पातशाह जी की कृपा सदका सुंदर दरबार दीवान सजे हैं। महाराज जी के चरणों में बेअंत संगतां ने हाजरियां भरियां हैं। हुण जो नितनेम नाल लड़ीवार रूप विच जगत गुरु धन धन श्री गुरु नानक देव महाराज जी के पावन पवित्र इतिहास नूं आपां रल मिल के पढ़ सुन रहे हाँ। उस इतिहास की कथा का समा होया है। जिवें गुरु नानक साहब जी ने एमनाबाद जाके भाई लालो के घर विखे निवास किया। भाई लालो जी ने सोहना भोजन तैयार करके गुरु साहब जी वास्ते लिआंदा, जिस नूं छकदिआं अमृत वर्गा स्वाद आया। ते भाई मरदाना जी ने भी छकिया, बड़े खुश प्रसन्न होए। गुरु साहब जी ने कहा है कि भाई लालो जी असां ने सचमुच ही इस भोजन विचों अमृत वर्गा स्वाद पाया है। जो तू कमाई की है हक सच दी वो भली कमाई का ही फल है। बहुत खुश होया भाई लालो। गुरु नानक साहब जी के चरणों पर शीस रख दिता है, ऊपर नहीं चुकते। गुरु महाराज जी ने अपने हस्त कमलों नाल शीस नूं चुकिया। जदों ही हथ छोया है महाराज जी का, उस वक्त ही आसे अंदेसे 5 कोशां के जिहड़े तख्ते हैं वो खुल गए हैं। निहाल हो गया है भाई लालो। इधर गुरु महाराज ने कृपा कर दी है, सारे मोह ममता के बंधन जम का जाल दूर कर दिता है भाई लालो जी का। 3 दिन तक गुरु साहब जी रह के इस नूं निहाल करतार्थ किया है।
ਅਖੀਰੀ ਭਾਈ ਮਰਦਾਨਾ ਜੀ ਨੂੰ ਕਿਹਾ ਹੈ ਮਹਾਰਾਜ ਜੀ ਨੇ ਕਿ ਭਾਈ ਮਰਦਾਨਾ ਜੀ, ਹੁਣ ਤੁਹਾਡੀ ਕਿੱਧਰ ਇੱਛਾ ਜਾਣ ਦੀ? ਆਪਾਂ ਨੇ ਹੁਣ ਚਲੇ ਜਾਣਾ ਹੈ। ਸੁਣ ਕੇ ਭਾਈ ਮਰਦਾਨਾ ਜੀ ਨੇ ਕਿਹਾ, ਮਹਾਰਾਜ ਮੇਰੇ ਤੇ ਤੁਸਾਂ ਨੇ ਮਨ ਦਾ ਫੁਰਨਾ ਹੀ ਬੁੱਝ ਲਿਆ ਹੈ। ਮੇਰੀ ਵੀ ਇੱਛਾ ਹੈ ਕਿ ਹੁਣ ਆਪਾਂ ਚੱਲੀਏ, ਕਿਉਂਕਿ ਇੱਥੋਂ ਐਮਨਾਬਾਦ ਦੇ ਜਿਹੜੇ ਨਿੰਦਿਆ ਕਰਨ ਵਾਲੇ ਲੋਕ ਹੈ, ਮੰਦੀ ਮੱਤ ਵਾਲੇ, ਉਹ ਬਿਨਾਂ ਜਾਣੇ ਤੁਹਾਨੂੰ ਨਿੰਦਦੇ ਭੰਡਦੇ ਹੈ। ਉਹ ਲੋਕ ਪਰਲੋਕ ਦੀ ਸੁੱਧ ਨਹੀਂ ਜਾਣਦੇ, ਮੁਕਤੀ ਨੂੰ ਭੁੱਲੇ ਹੋਏ ਹੈ, ਨਿੰਦਿਆ ਕਰਦੇ ਮਹਾਰਾਜ ਆਪ ਜੀ ਦੀ। ਆਪ ਜੀ ਤੇ ਸਭ ਤਰ੍ਹਾਂ ਨਾਲ ਜਾਣਦੇ ਹੋ ਹਿਰਦੇ ਵਿੱਚ, ਪਰ ਮੈਨੂੰ ਸੁਣ ਕੇ ਬਹੁਤ ਗੁੱਸਾ ਆਉਂਦਾ ਹੈ। ਗੁਰੂ ਸਾਹਿਬ ਜੀ ਮੁਸਕਰਾਏ ਹੈ ਤੇ ਕਿਹਾ ਹੈ, ਭਾਈ ਮਰਦਾਨਾ ਜੀ ਇਹੋ ਜਿਹੇ ਲੋਕ ਹੀ ਹੈ, ਇਹਨਾਂ ਨੇ ਤੇ ਇਹ ਕਿਸੇ ਬਨੇ ਪੂਰੇ ਨਹੀਂ ਪੈਂਦੇ ਹੈ। ਭਾਈ ਲਾਲੋ ਜੀ ਕਹਿਣ ਲੱਗੇ, ਮਹਾਰਾਜ ਆਪ ਤੇ ਪਰਮੇਸ਼ਰ ਰੂਪ ਪਰਮਾਤਮਾ ਹੋ, ਸੰਤ ਮਤ ਹੈ ਆਪ ਜੀ ਦਾ, ਪਰਮੇਸ਼ਰ ਤੁਹਾਡੇ ਪੱਖ ਵਿੱਚ ਹੈ, ਫਿਰ ਤੁਹਾਡੇ ਨਾਲ ਇਹ ਲੋਕ ਕਿਉਂ ਦੁਖੀ ਹੁੰਦੇ ਹੈ? ਕਿਉਂ ਇਹ ਲੋਕ ਵਿਲਕਦੇ ਹੈ? ਅਸਲ ਵਿੱਚ ਇਹ ਸੰਸਾਰ ਦੇ ਧੰਦਿਆਂ ਵਿੱਚ ਫਸੇ ਹੋਏ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਹੈ। ਮਹਾਰਾਜ ਕਹਿਣ ਲੱਗੇ, ਭਾਈ ਲਾਲੋ ਕੀ ਦਸੀਏ, ਕਿਹੋ ਜਿਹੇ ਲੋਕਾਂ ਨਾਲ ਜੇ ਬੈਠ ਜਾਈਏ ਤੇ ਤਾਂ ਵੀ ਇਹ ਕਹਿੰਦੇ ਹੈ, ਜੇ ਉੱਠ ਕੇ ਚਲੇ ਜਾਈਏ ਤਾਂ ਵੀ ਕਹਿੰਦੇ ਹੈ, ਜੇ ਇਹਨਾਂ ਨਾਲ ਵਿਚਾਰ ਕਰੋ, ਗੱਲਬਾਤ ਕਰੋ ਤਾਂ ਵੀ ਇਹ ਕਹਿੰਦੇ, ਜੇ ਨਾ ਕਰੋ ਤਾਂ ਵੀ ਕਹਿੰਦੇ ਹੈ। ਇਹ ਸੁਭਾਅ ਹੈ ਸੰਸਾਰ ਦੇ ਲੋਕਾਂ ਦਾ ਕਿ ਨੁਕਤਾਚੀਨੀ ਕਰਨੀ ਹਰ ਗੱਲੇ, ਕਿਸੇ ਬੰਨੇ ਪੂਰੇ ਨਾ ਪੈਣਾ। ਤਾਂ ਹੀ ਜਿਹੜੇ ਪਰਮੇਸ਼ਰ ਦੇ ਪਿਆਰੇ ਹੈ ਤੇ ਉਹਨਾਂ ਭਗਤਾਂ ਸੰਤਾਂ ਦੀ ਤੇ ਇਹ ਸੰਸਾਰ ਦੇ ਲੋਕਾਂ ਦੀ ਆਪੋ ਵਿੱਚ ਬਣ ਨਹੀਂ ਆਈ ਅਜ ਤੱਕ। ਭਗਤਾਂ ਤੈਸਾ ਸਾਰੀਆਂ ਜੋੜ ਕਦੇ ਨਾ ਆਇਆ। ਭਗਤਾਂ ਦੇ ਸੰਸਾਰੀ ਲੋਕਾਂ ਦਾ ਕਦੀ ਜੋੜ ਨਹੀਂ ਆਇਆ ਹੈ। ਫਿਰ ਉਹ ਜੋ ਭਾਈ ਬੰਨੋ ਦੀ ਬੀੜ ਹੈ, ਉਸ ਵਿੱਚ ਇਹ ਸ਼ਬਦ ਆਉਂਦਾ ਹੈ, ਜੋ ਸ੍ਰੀ ਦਮਦਮੀ ਸਾਹਿਬ ਬੀੜ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਂ ਕਰਤਾਰਪੁਰ ਵਾਲੀ ਬੀੜ 'ਚ ਨਹੀਂ ਇਹ ਹੈਗਾ ਸ਼ਬਦ। ਭਾਈ ਬਾਲੇਵਾਲ ਜਨਮ ਵਿਸਾਖੀ 'ਚ ਲਿਖਿਆ ਹੈ ਕਿ ਹੇ ਭਾਈ ਲਾਲੋ, ਇਹ ਇਹੋ ਜਿਹੇ ਲੋਕ ਹੀ ਹੈ, ਇਸ ਕਲਿਓ ਪੰਜ ਭੀਤੀਓ ਕਿਉਂ ਕਰ ਰੱਖਾ ਪਤ। ਇਹ ਜਿਹੜਾ ਕਲਯੁੱਗ ਦਾ ਸਮਾਂ, ਇਹਦੇ ਵਿੱਚ ਪੰਜ ਭੈਦਾਈ ਗੱਲਾਂ ਹੈ। ਕਿਵੇਂ ਕਰਕੇ ਜਿਹੜੀ ਆਪਣੀ ਇਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਇੱਜ਼ਤ ਪੱਤ ਰੱਖੀਏ, ਕਿਉਂਕਿ ਜੇ ਬੋਲਾਂ ਤਾਂ ਆਖੀਐ ਬੜ ਕਰੈ ਬਹੁਤ। ਜੇ ਇਹਨਾਂ ਨਾਲ ਬੋਲੀਏ ਤਾਂ ਇਹ ਲੋਕ ਕਹਿੰਦੇ ਹੈ ਵੀ ਇਹ ਬੜ ਬਹੁਤ ਕਰਦਾ ਹੈ, ਇਹ ਚੁੱਪ ਨਹੀਂ ਕਰਦਾ, ਬੜਬੋਲਾ ਬਹੁਤ ਹੈ। ਚੁੱਪ ਕਰਾਂ ਤਾਂ ਆਖੀਐ ਇਤ ਘਟ ਨਾਹੀ ਮਤ। ਤੇ ਜੇ ਮਹਾਰਾਜ ਕਹਿੰਦੇ ਭਾਈ ਲਾਲੋ ਚੁੱਪ ਕਰ ਜਾਈਏ ਵੀ ਹੁਣ ਬੜਬੋਲਾ, ਕਹਿੰਦੇ ਕੀ ਬੋਲਣਾ ਇਹਨਾਂ ਨਾਲ, ਫਿਰ ਇਹ ਲੋਕ ਕਹਿੰਦੇ ਆ ਵੀ ਇਹਦੇ ਦਿਲ ਵਿੱਚ, ਇਹਦੇ ਹਿਰਦੇ 'ਚ ਕੋਈ ਅਕਲ ਮੱਤ ਨਹੀਂ ਹੈ, ਤਾਂ ਹੀ ਇਹ ਗੱਲ ਨਹੀਂ ਕੋਈ ਕਰਦਾ। ਸਿੱਧੇ ਸੁਭਾਅ ਦਾ, ਭੋਲਾ ਹੀ ਲੱਗਦਾ, ਇਹਨੂੰ ਗੱਲ ਨਹੀਂ ਕੋਈ ਆਉਂਦੀ ਕਿ ਗੱਲ ਕਿਵੇਂ ਕਰਨੀ ਕਿਸੇ ਵਿੱਚ ਬੈਠ ਕੇ। ਜੇ ਬਹਿ ਰਹਾ ਤਾਂ ਆਖੀਐ ਬੈਠਾ ਸੱਥਰ ਘੱਤ। ਜੇ ਬੈਠੇ ਰਹੀਏ ਇੱਕ ਥਾਂ ਤੇ ਉੱਥੇ ਭਗਤੀ ਕਰਦੇ ਰਹੀਏ, ਤੇ ਇਹ ਲੋਕ ਕਹਿੰਦੇ ਆ ਵੀ ਵੇਖੋ ਸੰਤਾਂ ਦਾ ਸੁਭਾਅ ਹੁੰਦਾ ਹੈ ਜਲ ਦੇ ਪ੍ਰਵਾਹ ਵਾਂਗ, ਜਿਵੇਂ ਜਲ ਦਾ ਪ੍ਰਵਾਹ ਵਹਿੰਦਾ ਜਾਂਦਾ ਤੇ ਸੰਤ ਵੀ ਤੁਰ ਫਿਰ ਕੇ ਪ੍ਰਚਾਰ ਕਰਦੇ ਆ। ਇਹ ਜਿਹੜਾ ਸਾਡਾ ਸਾਧ ਹੈ, ਸਾਡੇ ਪਿੰਡ ਦਾ, ਇਹ ਤਾਂ ਇੱਥੇ ਡੇਰਾ ਪਾ ਕੇ ਬਹਿ ਗਿਆ, ਇਹ ਤਾਂ ਕਿਤੇ ਆਉਂਦਾ ਜਾਂਦਾ ਹੀ ਨਹੀਂ ਹੈ, ਪੱਕਾ ਹੀ ਡੇਰਾ ਘੱਤ ਲਿਆ ਇਸਨੇ। ਉੱਠ ਜਾਈ ਤਾਂ ਆਖੀਐ ਛਾਰ ਗਿਆ ਸਿਰ ਘੱਤ। ਇਹ ਭਾਈ ਲਾਲੋ, ਜੇ ਇਹਨਾਂ ਦੀਆਂ ਗੱਲਾਂ ਸੁਣ ਕੇ ਉੱਠ ਕੇ ਚਲੇ ਜਾਈਏ ਛੱਡ ਕੇ ਪਿੰਡ ਨਗਰ, ਫਿਰ ਇਹ ਕਹਿੰਦੇ ਆ ਵੇਖੋ ਇਹ ਸਾਧ ਜਿਹੜਾ ਸਾਡੇ ਸਿਰ 'ਚ ਸਵਾਹ ਪਾ ਗਿਆ। ਦੱਸੋ ਵੀ ਕੀ ਇਹਨੂੰ ਦੋ ਪ੍ਰਸ਼ਾਦੇ ਨਹੀਂ ਮਿਲਦੇ ਸੀ ਸਾਰੇ ਪਿੰਡ 'ਚੋਂ? ਇਹ ਸਾਡੇ ਸਿਰ 'ਚ ਸਵਾਹ ਹੀ ਪਾ ਕੇ ਗਿਆ ਹੈ। ਜੇ ਕਰ ਨਿਵਾ ਤਾਂ ਆਖੀਐ ਡਰਦਾ ਕਰੈ ਭਗਤ। ਜੇ ਨੀਵੇਂ ਹੋ ਕੇ ਨਿਮਰਤਾ ਗਰੀਬੀ ਵਾਲੇ ਹੋ ਕੇ ਇਹਨਾਂ ਦੀ ਆਓ ਭਗਤ ਕਰੀਏ ਤਾਂ ਫਿਰ ਇਹ ਲੋਕ ਕਹਿੰਦੇ ਵੀ ਇਹ ਡਰਦਾ ਹੈ ਸਾਧ, ਇਹ ਡਰਦਾ ਹੈ ਸਾਡੀ ਆਓ ਭਗਤ ਕਰਦਾ, ਇਹ 'ਚ ਕੋਈ ਔਗਣ ਹੋਣਾ, ਇਹਨੂੰ ਕਮੀ ਦਿਸਦੀ ਹੋਣੀ, ਤਾਂ ਹੀ ਡਰਦਾ ਹੈ, ਤਾਂ ਹੀ ਇਹ ਸਾਡੇ ਦੇ ਅੱਗੇ ਇਹ ਲੇਲੜੀਆਂ ਕੱਢਦਾ ਹੈ।
ਕਾਈ ਗਲੀ ਨਾ ਮੇਵਣੀ ਜਿੱਥੇ ਕੱਡਾ ਝੱਤ। ਇਹ ਭਾਈ ਲਾਲੋ ਇਹ ਦੁਨੀਆ ਦੇ ਲੋਕਾਂ ਵਿੱਚ ਕਿਸੇ ਪਾਸੇ ਵੀ ਸਮਾਈ ਨਹੀਂ ਹੁੰਦੀ, ਹਰ ਗੱਲੇ ਨੁਕਤਾ ਚੀਨੀ ਕਰਦੇ। ਫਿਰ ਜਿੱਥੇ ਕੱਡਾ ਘੱਤ ਕਿ ਕਿੱਥੇ ਉਹ ਜਾਈਏ ਜਿੱਥੇ ਆਪਣਾ ਸਮਾਂ ਕੱਢੀਏ। ਇਸ ਕਰਕੇ ਇੱਥੇ ਉੱਥੇ ਨਾਨਕਾ ਕਰਤਾ ਰੱਖੈ ਪੱਤ। ਇੱਥੇ ਇਸ ਲੋਕ ਅਤੇ ਉਸ ਪਰਲੋਕ ਦੇ ਵਿੱਚ ਉਹ ਪਰਮੇਸ਼ਰ ਹੀ ਇੱਜ਼ਤ ਪੱਤ ਰੱਖੇ। ਜਿਹੜਾ ਸੰਸਾਰ ਲਾਣਾ ਹੈ ਇਹਦੇ ਇੱਜ਼ਤ ਪੱਤ ਲਾਉਣੀ ਵਾਲਾ ਹੈ। ਹਮੇਸ਼ਾ ਨਿੰਦਣ ਭੰਡਣੇ ਵਾਲਾ। ਚੰਗਾ ਕਰੋ ਤਾਂ ਵੀ ਭੰਡਦੇ ਹੈ, ਮਾੜਾ ਕਰੋ ਤਾਂ ਵੀ ਭੰਡਦੇ ਹੈ। ਇਹਨਾਂ ਦੀਆਂ ਗੱਲਾਂ ਵਿੱਚ ਨਾ ਤੁਸੀਂ ਆਓ। ਇਹ ਭਾਈ ਮਰਦਾਨਾ ਤੁਸੀਂ ਆਪਣਾ ਕੰਮ ਕਰੀ ਚੱਲੋ, ਇਹ ਲੋਕ ਆਪਣਾ ਕਰੀ ਜਾ ਰਹੇ ਹੈ। ਕੰਨੀ ਬੁੱਝੇ ਦੇ ਰਹਾ, ਕੰਨਾਂ ਵਿੱਚ ਉਹ ਬੁੱਝੇ ਹੀ ਦੇ ਕੇ ਪਰਮੇਸ਼ਰ ਦੀ ਭਗਤੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਾਅਦ ਵਿੱਚ ਤਿਆਰੀ ਕਰ ਲਈ ਹੈ। ਭਾਈ ਲਾਲੋ ਜੀ ਨੇ ਹੱਥ ਜੋੜ ਜੋੜ ਕੇ ਬਾਰ-ਬਾਰ ਮੱਥਾ ਟੇਕ ਕੇ ਕਿਹਾ, ਮਹਾਰਾਜ ਰਹੋ ਮੇਰੇ ਘਰ 1 ਮਹੀਨਾ ਰਹੋ, ਕਮ ਸੇ ਕਮ ਬਹੁਤਾ ਨਹੀਂ। ਤੇ ਫਿਰ ਗੁਰੂ ਸਾਹਿਬ ਜੀ ਖੀਰੀ ਮੰਨ ਗਏ ਵੀ ਚਲੋ ਤੇਰਾ ਭਾਈ ਲਾਲੋ ਬਚਨ ਨਹੀਂ ਮੋੜਿਆ ਜਾ ਸਕਦਾ, ਤੇਰੇ ਪ੍ਰੇਮ ਕਰਕੇ 1 ਮਹੀਨਾ ਰਹਿ ਜਾਂਦੇ ਹਾਂ। ਇੱਧਰ ਭਾਈ ਮਰਦਾਨਾ ਜੀ ਨੂੰ ਜਦੋਂ ਪਤਾ ਲੱਗਾ ਹੈ ਕਿ ਗੁਰੂ ਸਾਹਿਬ ਜੀ ਨੇ ਰੁਕਣਾ ਹੈ, ਕਿਹਾ ਹੈ ਮਹਾਰਾਜ ਇੱਥੇ ਐਮਣਾਬਾਦ 'ਤੇ ਬਹੁਤ ਲੋਕ ਔਖੇ ਹੁੰਦੇ, ਮੈਨੂੰ ਵੇਖ ਵੇਖ ਕੇ ਗੱਲਾਂ ਐਵੇਂ ਕਰਦੇ ਵੀ ਇਹ ਉਹਦਾ ਮਰਾਸੀ ਹੈ ਮਰਦਾਨਾ ਜਿਹੜਾ ਕੁਰਾਹੇ ਪਿਆ ਹੋਇਆ ਹੈ, ਘਰ-ਬਾਰ ਛੱਡ ਕੇ ਜੋ ਨਾਨਕ ਤਬਾ ਐਵੇਂ ਨੀਚਾਂ ਦੇ ਘਰ ਦੇ ਪ੍ਰਸ਼ਾਦੇ ਛਕਦਾ ਫਿਰਦਾ, ਉਹਦਾ ਮਰਾਸੀ ਹੈ। ਇਹ ਦੋਵੇਂ ਕਿਰਾਏ ਪਏ ਹੋਏ। ਮੇਰਾ ਤਾਂ ਇੱਥੇ ਮਨ ਨਹੀਂ ਮੰਨਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਮੈਨੂੰ ਆਗਿਆ ਦਿਓ, ਮੈਂ ਤਲਵੰਡੀ ਨਗਰ ਚਲਿਆ ਜਾਵਾਂ, ਉੱਥੇ ਦੱਸ ਕੇ ਤੇ ਮੈਂ ਛੇਤੀ ਵਾਪਸ ਆ ਜਾਵਾਂਗਾ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਭਾਈ ਮਰਦਾਨਾ ਭਾਵੇਂ ਤੂੰ ਸਾਡੇ ਨਾਲ ਆ ਹੀ ਗਿਆ ਹੈ, ਪਰ ਤੇਰਾ ਜਿਹੜਾ ਦਿਲ ਹੈ ਉਹ ਘਰ ਵਿੱਚ ਹੀ ਵਸਦਾ ਹੈ। ਚੱਲ ਠੀਕ ਹੈ, ਚਲਿਆ ਜਾਓ, ਫਿਰ ਵਾਪਸ ਆ ਜਾਣਾ ਛੇਤੀ। ਭਾਈ ਮਰਦਾਨਾ ਜੀ ਚਲੇ ਗਏ ਹੈ। ਇੱਧਰ ਭਾਈ ਲਾਲੋ ਗੁਰੂ ਸਾਹਿਬ ਜੀ ਦੀ ਰਾਤ ਦਿਨ ਸੇਵਾ ਕਰਦਾ ਹੈ। ਕਦੀ ਪੱਖਾ ਝੱਲਦਾ ਹੈ, ਕਦੀ ਚਰਨਾਂ ਦੀ ਮੁੱਠੀ ਛਾਪੀ ਕਰਦਾ ਹੈ, ਭੋਜਨ ਸੋਹਣਾ ਤਿਆਰ ਕਰਕੇ ਛਕਾਉਂਦਾ ਹੈ। ਗੁਰੂ ਸਾਹਿਬ ਜੀ ਰਾਤ ਦੇ ਬਰਾਜ ਦੇ ਭਾਈ ਲਾਲੋ ਦੇ ਘਰ ਦਿਨੇ ਜਿਹੜਾ ਜੰਗਲ ਵਿੱਚ ਚਲੇ ਜਾਂਦੇ ਹੈ, ਜਿੱਥੇ ਅੱਜ ਕੱਲ੍ਹ ਐਮਣਾਬਾਦ ਤੋਂ ਬਾਅਦ ਰੋੜੀ ਸਾਹਿਬ ਗੁਰਦੁਆਰਾ ਸੁਭਾਏਮਾਨ ਹੈ, ਉੱਥੇ ਜਾ ਕੇ ਤਪ ਕਰਦੇ ਮਹਾਰਾਜ। ਭਾਈ ਲਾਲੋ ਜੀ ਦੇ ਤਾਈਂ ਗਿਆਨ ਦੇ ਬਚਨ ਕਹਿ ਕੇ ਪੂਰਨ ਗਿਆਨੀ ਬਣਾ ਦਿੱਤਾ ਆਪਣੇ ਵਰਗਾ। ਅਤੇ ਗੁਰੂ ਸਾਹਿਬ ਜੀ ਨੇ ਸਾਰੇ ਜਿਹੜੇ ਭਰਮ ਦੇ ਪਰਦੇ ਉਹ ਖੋਲ੍ਹ ਦਿੱਤੇ ਹੈ, ਗਿਆਨ ਬਖਸ਼ ਦਿੱਤਾ ਹੈ, ਆਤਮ ਸਰੂਪ ਜਣਾ ਦਿੱਤਾ ਹੈ। ਇਸ ਤਰ੍ਹਾਂ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਹੈ। ਅੱਗੇ ਜਿਵੇਂ ਕਥਾ ਵਿਚਾਰ ਆ ਰਹੀ ਹੈ ਉਹ ਆਪਾਂ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਚਰਨ ਸਰੋਜ ਕੀ। ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਸਭ ਤੋਂ ਪਹਿਲਾਂ ਮੰਗਲ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਮਹਿਮਾ ਦਰਸਾਉਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਹੜੇ ਚਰਨ ਕਵਲ ਹਨ, ਉਹਨਾਂ ਚਰਨਾਂ ਕਵਲਾਂ ਦੀ ਰਾਜ ਸਿੱਖਣ ਗਲ ਪਾਏ। ਜਿਹੜੀ ਰਾਜ ਕਹੀਏ ਧੂੜੀ ਹੈ, ਜੋ ਚਰਨਾਂ ਕਮਲਾਂ ਦੀ ਧੂੜੀ ਹੈ, ਉਹ ਧੂੜੀ ਰੂਪ ਜਿਹੜਾ ਸ਼੍ਰਿੰਖਲ ਭਾਵ ਜਿਹੜਾ ਸੰਗਲ ਹੈ ਬੜਾ ਤਕੜਾ। ਇਹ ਜਿਵੇਂ ਲੋਹੇ ਦਾ ਸੰਗਲ ਹੁੰਦਾ ਮਜ਼ਬੂਤ, ਉਹ ਚਰਨਾਂ ਰੂਪੀ ਧੂੜੀ ਦਾ ਜਿਹੜਾ ਸੰਗਲ ਆਪਣੇ ਗਲ ਵਿੱਚ ਪਾ ਕੇ ਮਨ ਗਇੰਦ ਕੋ ਰੋਕ ਕਰ। ਮਨ ਰੂਪੀ ਜਿਹੜਾ ਹਾਥੀ ਹੈ ਉਹਨੂੰ ਰੋਕ ਕਰਕੇ, ਜਿਵੇਂ ਹਾਥੀ ਦੇ ਗਲ ਵਿੱਚ ਸੰਗਲ ਪੈ ਜੇ ਬੜਾ ਤਗੜਾ, ਫਿਰ ਉਹ ਜਿੱਧਰ ਹੀ ਉਹਨੂੰ ਲੈ ਕੇ ਜਾਣਾ ਹੋਵੇ ਲੈ ਕੇ ਚਲੇ ਜਾਈਦਾ, ਰੋਕ ਕਰ ਲਈਦੀ ਉਹਦੀ। ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਜੋ ਗੁਰੂ ਸਾਹਿਬ ਜੀ ਦੇ ਚਰਨ ਕਵਲ ਹਨ, ਉਹਨਾਂ ਚਰਨਾਂ ਕਵਲਾਂ ਦੀ ਜੋ ਧੂੜੀ ਹੈ, ਧੂੜੀ ਰੂਪ ਸੰਗਲ ਆਪਣੇ ਮਨ ਰੂਪੀ ਜਿਹੜਾ ਹਾਥੀ ਹੈ ਉਹਦੇ ਗਲ ਵਿੱਚ ਪਾ ਕੇ
ਰੋ ਕਰਕੇ। ਕਹੋ ਕਥਾ ਗਤ ਦਾਏ। ਜਿਹੜੀ ਮੁਕਤੀ ਦੇਣ ਵਾਲੀ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਕਥਾ ਹੈ, ਉਹ ਮੈਂ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਕਹਿੰਦਾ ਹਾਂ। ਸ੍ਰੀ ਬਾਲਾ ਸੰਦਰਵਾਚ ਚੌਪਈ ਇਹ ਬਿਦ ਨਗਰ ਏਮਨਾ ਵਾਤੂ। ਇਸ ਢੰਗ ਤਰੀਕੇ ਨਾਲ ਜੋ ਨਗਰ ਐਮਨਾਬਾਦ ਹੈ ਉਸ ਵਿਖੇ ਰਹੇ ਹੇਤ ਲਾਲੋ ਅਹਲਾਦੂ। ਭਾਈ ਲਾਲੋ ਜੀ ਦੀ ਬੇਨਤੀ ਮੰਨ ਕੇ ਉਹਦੀ ਖੁਸ਼ੀ ਦੇ ਵਾਸਤੇ ਗੁਰੂ ਨਾਨਕ ਸਾਹਿਬ ਜੀ ਐਮਨਾਬਾਦ ਹੀ ਰਹੇ ਹਨ। 15 ਬਾਸਰ ਜਬ ਹੈ ਬਤੀਤੇ। ਜਦੋਂ ਗੁਰੂ ਸਾਹਿਬ ਜੀ ਨੂੰ ਰਹਿੰਦਿਆਂ 15 ਕੁ ਦਿਨ ਬਤੀਤ ਹੋਏ ਲੰਘੇ ਹਨ। ਸੀ ਵਹਿ ਚਰਨਾ ਕਮਲ ਔਰ ਪ੍ਰੀਤੇ। ਜਿਹੜੇ ਭਾਈ ਲਾਲੋ ਜੀ ਹਨ, ਹਿਰਦੇ ਵਿੱਚ ਬੜਾ ਪ੍ਰੀਤ ਪ੍ਰੇਮ ਪਿਆਰ ਕਰਕੇ ਗੁਰੂ ਸਾਹਿਬ ਜੀ ਦੇ ਚਰਨ ਕਵਲ ਸੇਵਦਾ ਹੈ। ਉਤੋ ਪਠਾਨਾ ਤਹਾਂ ਕੋ ਰਾਜਾ। ਇਸ ਜੋ ਐਮਨਾਬਾਦ ਸ਼ਹਿਰ ਹੈ, ਇੱਥੋਂ ਦਾ ਰਾਜਾ ਪਠਾਨ ਹੈ ਸੀ। ਨਿਕਟ ਸਭਾ ਜਿਹ ਦੁਸ਼ਟ ਸਮਾਜਾ। ਨਿਕਟ ਸਭਾ, ਜਿਸ ਦੇ ਕੋਲ ਜਿਹੜੀ ਸਭਾ ਸੀ ਉਹ ਦੁਸ਼ਟਾਂ ਦਾ ਸਮਾਜ ਹੀ ਸੀ। ਦੁਸ਼ਟ ਹੀ ਦੁਸ਼ਟ ਸਾਰੇ ਇਕੱਠੇ ਹੋਏ ਸੀ, ਮਲਕ ਭਾਗੋ ਵਰਗੇ। ਇਹ ਮੰਤਰੀ ਥੋ ਖੱਤਰੀ ਏਕੂ। ਉਸ ਰਾਜੇ ਪਠਾਨ ਦਾ ਇੱਕ ਮੰਤਰੀ ਸੀ ਜਿਹੜਾ ਖੱਤਰੀ ਜਾਤ ਵਿੱਚੋਂ ਸੀ। ਨਾਮ ਮਲਕ ਭਾਗੋ ਅਵੇਕੂ। ਜਿਸ ਦਾ ਨਾਮ ਮਲਕ ਭਾਗੋ ਸੀ, ਅਗਿਆਨੀ ਸੀ, ਬਿਲਕੁਲ ਅੰਨਾ ਗਿਆਨ ਵੱਲੋਂ। ਮਲਕ ਇਹਦਾ ਖਿਤਾਬ ਸੀ, ਭਾਗੋ ਇਹਦਾ ਨਾਮ ਸੀ। ਉਤੋ ਪਾਸ ਤਿਹ ਕੇ ਬਹੁ ਦਰਬਾਰ। ਇਸ ਮਲਕ ਭਾਗੋ ਦੇ ਪਾਸ ਬਹੁਤ ਸਾਰਾ ਪੈਸਾ ਇਕੱਠਾ ਹੈ ਸੀ। ਕਰ ਕਲਮਲ ਸੋ ਸੰਚਿਓ ਸਰਬਾ। ਇਸ ਨੇ ਆ ਪਾਪਾਂ ਦੀ ਕਮਾਈ ਕਰ ਕਰਕੇ, ਪਾਪ ਕਰ ਕਰਕੇ ਜਿਹੜਾ ਪੈਸਾ ਉਹ ਇਕੱਠਾ ਕੀਤਾ ਸੀ। ਕਰਨ ਸਜਸ ਆਪਣਾ ਨਰ ਮਾਹੀ। ਇਹ ਲੋਕਾਂ ਦੇ ਵਿੱਚ, ਐਮਨਾਬਾਦ ਦੇ ਸਾਰੇ ਲੋਕਾਂ ਦੇ ਵਿੱਚ ਆਪਣਾ ਜਿਹੜਾ ਸ੍ਰੇਸ਼ਟ ਜਸ ਕਰਾਉਣ ਲਈ ਬ੍ਰਹਮ ਭੋਜ ਕੀਨੋ ਪਰਤਾਹੀ। ਇਹਨੇ ਉਸ ਸ਼ਹਿਰ ਐਮਨਾਬਾਦ ਵਿੱਚ ਆ ਬ੍ਰਹਮ ਭੋਜ ਕੀਤਾ। ਬ੍ਰਹਮ ਪਰਮੇਸ਼ਰ ਦੇ ਪਰਥਾਏ ਭੋਜਨ ਕੀਤਾ, ਲੰਗਰ ਕੀਤਾ। ਬ੍ਰਹਮ ਭੋਜ ਉਹ ਹੁੰਦਾ ਹੈ ਕਿ ਜਿਹਦੇ ਵਿੱਚ ਖੱਤਰੀ, ਬ੍ਰਾਹਮਣ, ਸੂਦ, ਵੈਸ ਭਾਵ ਚਾਰੇ ਵਰਨਾਂ ਦੇ ਊਚ ਨੀਚ ਸਭ ਆ ਕੇ ਭੋਜਨ ਛਕਣ। ਕਿਸੇ ਨੂੰ ਰੋਕਥਾਮ ਨਾ ਹੋਵੇ ਵੀ ਆਹ ਨਹੀਂ ਆਉਣਾ ਚਾਹੀਦਾ, ਆਹ ਆਵੇ। ਸਭ ਵਾਸਤੇ ਜਿਹੜਾ ਸਮਸ਼ਟੀ ਭੰਡਾਰਾ ਹੁੰਦਾ ਉਹਨੂੰ ਬ੍ਰਹਮ ਭੋਜ ਕਿਹਾ ਜਾਂਦਾ, ਜਿੱਥੇ ਕਿਸੇ ਨੂੰ ਛਕਣ ਤੋਂ ਰੋਕਿਆ ਨਾ ਜਾਵੇ। ਇਸ ਨੇ ਇਹ ਐਮਨਾਬਾਦ ਪੁਰੀ ਵਿੱਚ ਬੜਾ ਤਕੜਾ ਹੀ ਬ੍ਰਹਮ ਭੋਜ ਕੀਤਾ ਹੈ। ਬੇਜ ਖੱਤਰੀ ਬੇਟ ਸ਼ੂਦਰ ਚਾਰੀ। ਜਿਹੜੇ ਬ੍ਰਾਹਮਣ ਹੈ, ਖੱਤਰੀ ਹੈ, ਵੈਸ ਤੇ ਸ਼ੂਦਰੇ ਚਾਰੋਂ ਵਰਨ। ਸਭ ਕੋ ਦਇਓ ਅਮੰਤ ਪੁਕਾਰੀ। ਸਾਰਿਆਂ ਨੂੰ ਆ ਪੁਕਾਰ ਕੇ ਉੱਚੀ ਉੱਚੀ ਕਹਿ ਕੇ ਨਿਉਂਦਾ ਦੇ ਦਿੱਤਾ ਹੈ। ਜਿਤੇ ਫਕੀਰਨਾ ਕੇ ਅਸਥਾਨਾ। ਜਿੰਨੇ ਆ ਐਮਨਾਬਾਦ ਸ਼ਹਿਰ ਦੇ ਵਿੱਚ ਫਕੀਰਾਂ ਫਕਰਾਂ ਦੇ ਸਥਾਨ ਸੀ। ਪਠ ਨਰ ਸਬਨ ਅਸਨ ਭਰ ਜਾਨਾ। ਉੱਥੇ ਆਪਣੇ ਆਦਮੀ ਭੇਜ ਕੇ ਸਾਰਿਆਂ ਨੂੰ ਭੋਜਨ ਲਈ ਇਹਨੇ ਵਰਜਿਆ ਹੈ, ਬ੍ਰਹਮ ਭੋਜਨ ਵਾਸਤੇ। ਸਭ ਨੂੰ ਨਿਉਂਦਾ ਦਿੱਤਾ ਵੀ ਤੁਸਾਂ ਨੇ ਕੱਲ ਮਲਕ ਭਾਗੋ ਦੇ ਘਰ ਆ ਕੇ ਭੋਜਨ ਛਕਣਾ ਹੈ। ਦੋਹਰਾ ਤਿਹ ਖੱਤਰੀ ਕੋ ਦੇਜ ਨਗਰ। ਇਸ ਮਲਕ ਭਾਗੋ ਖੱਤਰੀ ਦਾ ਐਮਨਾਬਾਦ ਸ਼ਹਿਰ ਵਿੱਚ ਇੱਕ ਬ੍ਰਾਹਮਣ ਸੀ। ਫਿਰਤ ਅਮੰਤੂ ਦੇਤ। ਉਹ ਨਿਉਂਦੇ ਦਿੰਦਾ ਫਿਰਦਾ ਸੀ। ਜਾਵਤ ਥੇ ਉਦਿਆਨ ਕੋ। ਇੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਰਾਤ ਕੱਟ ਕੇ ਭਾਈ ਲਾਲੋ ਦੇ ਘਰੋਂ, ਤੇ ਜਿੱਥੇ ਰੋੜੀ ਸਾਹਿਬ ਗੁਰਦੁਆਰਾ ਸਾਹਿਬ ਸੁਭਾਏਮਾਨ ਜੰਗਲ ਵਿੱਚ,
ਉਧਰ ਵੱਲ ਜਾ ਰਹੇ ਸੀ। ਤਬ ਬੇਦੀ ਕੁਲ ਕੇਤ ਤਦੋਂ ਬੇਦੀਆਂ ਦੀ ਕੁਲ ਦੇ ਧੁਜਾ ਨਿਸ਼ਾਨ ਰੂਪ ਗੁਰੂ ਸਾਹਿਬ ਜੀ ਚੌਪਈ ਵਿਪਰ ਬਿਲੋਕਤ ਬਚਨ ਅਲਾਏ। ਇਸ ਬ੍ਰਾਹਮਣ ਨੇ ਜਦੋਂ ਗੁਰੂ ਸਾਹਿਬ ਜੀ ਨੂੰ ਜਾਂਦਿਆਂ ਵੇਖਿਆ ਹੈ, ਵੇਖਦੇ ਹੀ ਬਚਨ ਕਿਹਾ, ਕਿਤ ਕੋ ਨਾਨਕ ਤਪਾਸਦਾਏ। ਐ ਨਾਨਕ ਤਪਾ ਜੀ ਤੁਸੀਂ ਬੜਾ ਜੰਗਲ ਵੱਲ ਕਿਸ ਤਰਫ ਚਲੇ ਜਾ ਰਹੇ ਹੋ? ਇਹ ਅਮਾਨਤ ਨਾ ਕਰਹੁ ਆਹਾਰਾ। ਕੀ ਤੁਸਾਂ ਨੇ ਭੋਜਨ ਨਹੀਂ ਕਰਨਾ ਹੈ? ਮਲਕ ਭਾਗੋ ਦੇ ਘਰ ਤੁਹਾਡਾ ਨਿਉਂਦਾ ਹੈ। ਸੁਨ ਕੈ ਸ੍ਰੀ ਮੁਖ ਬਚਨ ਉਚਾਰਾ। ਸੁਣ ਕਰਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕਿਹਾ, ਕੈਸ ਅਮੰਤੂ ਵਿਪਰ ਤੁਮਾਰੇ। ਐ ਵੀ ਬ੍ਰਾਹਮਣ ਤੇਰੇ ਘਰ ਵਿੱਚ ਕਿਸ ਤਰ੍ਹਾਂ ਸਾਡਾ ਜਿਹੜਾ ਨਿਉਂਦਾ ਹੈ? ਨਿਜ ਬਿਰਤਾਂਤ ਬਤਾਓ ਵਿਚਾਰੇ। ਚੰਗੀ ਤਰ੍ਹਾਂ ਸੋਚ ਵਿਚਾਰ ਕੇ ਸਾਰਾ ਵਰਤਾਂਤ ਪ੍ਰਸੰਗ ਸਾਨੂੰ ਕਹੋ ਦੱਸ। ਕਹਿ ਦਿਜ ਭਾਗੋ ਖਤਰੀ ਜੋ। ਇਹ ਬ੍ਰਾਹਮਣ ਕਹਿਣ ਲੱਗਾ, ਮਹਾਰਾਜ ਮੇਰੇ ਘਰ ਵਿੱਚ ਬ੍ਰਹਮ ਭੋਜ ਨਹੀਂ ਹੈ, ਜੋ ਆ ਖੱਤਰੀ ਹੈ ਮਲਕ ਭਾਗੋ। ਚਤੁਰ ਬਰਨਾ ਨਿਉਤੇ ਸਭ ਕੋ। ਚਾਰੇ ਵਰਨ ਜਿਹੜੇ ਖੱਤਰੀ ਬ੍ਰਾਹਮਣ ਸੂਦ ਵੈਸ ਉਹਨਾਂ ਸਾਰਿਆਂ ਨੂੰ ਨਿਉਂਤਾ ਦਿੱਤਾ ਹੈ ਕਿ ਤੁਸਾਂ ਨੇ ਮਲਕ ਭਾਗੋ ਦੇ ਘਰ ਆ ਕੇ ਭੋਜਨ ਛਕਣਾ ਹੈ ਕੱਲ ਨੂੰ। ਹਮ ਭੋਜ ਤਿਨ ਕੀਨ ਵਿਸਾਲਾ। ਪਰਮੇਸ਼ਰ ਦੇ ਸੰਬੰਧ ਵਿੱਚ ਉਸਨੇ ਭੋਜਨ ਰੱਬ ਦੇ ਸੰਬੰਧ ਵਿੱਚ ਭੋਜਨ ਬੜਾ ਤਗੜਾ ਹੀ ਕੀਤਾ ਹੈ। ਆਜ ਜਾਹੇ ਨਰ ਸਭ ਤਿਹਸ਼ਾਲਾ। ਅੱਜ ਜਿਹੜੇ ਬਹੁਤ ਲੋਕ ਇਕੱਠੇ ਹੋ ਕੇ ਉਹਦੇ ਘਰ ਜਾਣਗੇ। ਕਹਿਓ ਗੁਰੂ ਹਮ ਕਿਨ ਕੇ ਮਾਹੀ। ਗੁਰੂ ਸਾਹਿਬ ਜੀ ਨੇ ਬ੍ਰਾਹਮਣ ਨੂੰ ਕਿਹਾ ਕਿ ਬ੍ਰਾਹਮਣ ਕਿ ਅਸੀਂ ਕਿਹਨਾਂ ਦੇ ਵਿੱਚ ਹਾਂ? ਭਾਵ ਨਾ ਹੀ ਖੱਤਰੀਆਂ ਵਿੱਚ ਹਾਂ, ਨਾ ਬ੍ਰਾਹਮਣਾਂ ਵਿੱਚ, ਨਾ ਸੂਦਰਾਂ ਵਿੱਚ, ਨਾ ਵੈਸ਼ਾਂ ਵਿੱਚ। ਕਿਉਂਕਿ ਜਿਹੜੇ ਅਵਰਣਵੇ ਦੇ ਆਸ਼ਰਮ ਵਿੱਚ ਹੁੰਦੇ ਆ ਪਰਵੇਤ, ਉਹਨਾਂ ਦੇ ਗਲ 'ਚ ਜੰਝੂ ਹੁੰਦਾ ਹੈ, ਤੇੜ ਧੋਤੀ ਹੁੰਦੀ ਹੈ, ਸਿਰ 'ਤੇ ਬੋਧੀ, ਮੱਥੇ 'ਤੇ ਟਿੱਕਾ। ਉਹ ਤੇ ਸਾਡੇ ਵਿੱਚ ਕੋਈ ਹੈ ਨਹੀਂ ਹੈ। ਭਾਵ ਅਸੀਂ ਦੇ ਇਹਨਾਂ ਕਿਸੇ ਵਿੱਚ ਹੈ ਨਹੀਂ ਹੈ ਚਾਰੇ ਵਰਨਾਂ ਦੇ। ਹੈ ਦਰਵੇਸ਼ ਵਰਨ ਕੋ ਨਾਹੀ। ਹੈ ਬ੍ਰਾਹਮਣ ਅਸੀਂ ਤੇ ਜੋ ਪਰਮੇਸ਼ਰ ਹੈ ਉਹਦੇ ਦਰਵੇਸ਼ ਹਾਂ, ਸਾਡੀ ਕੋਈ ਜਾਤ ਪਾਤ ਨਹੀਂ ਹੈ। ਦੋਹਰਾ ਸੁਨ ਸ਼੍ਰੋਨਨ ਮੈਂ ਵਿਪਰ ਸੋ। ਸੁਣ ਕੇ ਇਹ ਬ੍ਰਾਹਮਣ ਆਪਣੇ ਕੰਨਾਂ ਵਿੱਚ ਵਿਗਸਿਓ ਬਚਨ ਅਲਾਏ। ਖਿੜ ਕੇ ਹੱਸਿਆ ਤੇ ਬਚਨ ਕਿਹਾ ਮਹਾਰਾਜ ਜੀ ਨੂੰ। ਨਾਮ ਕੁਰਾਹੀ ਤੋਹੇ ਕੋ। ਕਹਿੰਦਾ ਇਸੇ ਕਰਕੇ ਜਿਹੜਾ ਤੁਹਾਡਾ ਨਾਮ ਹੈ ਨਾ ਉਹ ਕਰਾਹੀ ਪਿਆ ਹੋਇਆ ਵੀ ਖੋਟੇ ਰਾਹ ਤੇ ਚੱਲਦਾ ਹੈ ਨਾਨਕ ਤਪਾ। ਇਨ ਬਾਤਨ ਬਨ ਆਏ। ਇਹਨਾਂ ਗੱਲਾਂ ਕਰਕੇ ਬਾਣ ਆਉਂਦਾ ਹੈ ਤੁਸੀਂ ਵੀ ਖੋਟੇ ਰਾਹ ਤੇ ਪਏ ਹੋਏ ਹੋ, ਵੀ ਤੁਹਾਨੂੰ ਚੜ੍ਹਦੇ ਨੂੰ ਕਹੋ ਤੇ ਤੁਸਾਂ ਨੇ ਲਹਿੰਦੇ ਨੂੰ ਹੀ ਜਾਣਾ ਹੁੰਦਾ ਹੈ। ਜੋ ਤੁਹਾਨੂੰ ਕਿਸੇ ਨੇ ਕਿਹਾ ਉਹ ਤੋਂ ਉਲਟੀ ਤੁਸਾਂ ਨੇ ਹੋਣਾ ਹੈ, ਆਪਣੀ ਮਨਮਰਜ਼ੀ ਕਰਨੀ ਹੈ। ਤਾਂ ਹੀ ਤੁਹਾਨੂੰ ਕਿਹਾ ਵੀ ਖੋਟੇ ਰਾਹ ਤੇ ਪਿਆ ਹੋਇਆ ਹੈ। ਚੌਪਈ ਸ਼ੋਰੀ ਲੋਕ ਰੀਤ ਜਗ ਮਾਹੀ। ਜਗਤ ਦੇ ਵਿੱਚ ਜਿਹੜੀ ਲੋਕ ਰੀਤ ਉਹ ਤੁਸਾਂ ਨੇ ਤੇ ਛੱਡੀ ਹੋਈ ਹੈ। ਭਇਓ ਨਾਮ ਇਉ ਤੋਹੇ ਕੁਰਾਹੀ। ਇਸੇ ਕਰਕੇ ਤੁਹਾਡਾ ਲੋਕਾਂ ਵਿੱਚ ਨਾਮ ਕੁਰਾਹੀਆ ਪ੍ਰਸਿੱਧ ਹੈ ਵੀ ਲੋਕ ਰੀਤ ਛੱਡੀ ਹੋਈ ਹੈ। ਜਿਹੜਾ ਮੱਥੇ ਤੇ ਤਿਲਕ ਲਾਉਣਾ, ਤੇੜ ਧੋਤੀ ਬੰਨਣੀ, ਜੰਝੂ ਪਾਉਣਾ, ਇਹ ਤੁਸੀਂ ਕੁਝ ਕਰਦੇ ਨਹੀਂ ਹੋ। ਇਸੇ ਕਰਕੇ ਤੁਹਾਡਾ ਨਾਮ ਲੋਕਾਂ ਵਿੱਚ ਕੁਰਾਹੀਆ ਵੀ ਖੋਟੇ ਰਾਹ ਤੇ ਪਿਆ ਹੋਇਆ, ਲੋਕ ਰੀਤ ਨਹੀਂ ਕਰਦਾ ਹੈ, ਇਸ ਤਰ੍ਹਾਂ ਪ੍ਰਸਿੱਧ ਹੈ। ਹਮ ਭੋਜ ਮਹਿ ਜੀ ਨ ਆਵਹਿ। ਵੇਖ ਲੋ ਨਾਨਕ ਤਬਾ ਜੀ, ਜੇ ਤੁਸੀਂ ਆ ਬ੍ਰਹਮ ਭੋਜ ਵਿੱਚ ਨਹੀਂ ਨਾ ਆਏ, ਜੇ ਤੁਸਾਂ ਨੇ ਭੋਜਨ ਨਾ ਆ ਕੇ ਛਕਿਆ। ਮਲਕ ਕ੍ਰੋਧ ਹਿਰਦੇ ਉਪਜਾਵਹਿ। ਉਹ ਜੋ ਮਲਕ ਭਾਗੋ ਹੈ ਬੜਾ ਕ੍ਰੋਧ ਪੈਦਾ ਕਰੇਗਾ, ਹਿਰਦੇ ਵਿੱਚ ਗੁੱਸੇ ਹੋ ਜਾਊਗਾ ਤੁਹਾਡੇ ਨਾਲ। ਨਗਰ ਵਿਖੇ ਤੇ ਦੇ ਨਿਕਸਾਈ। ਵੇਖ ਲਿਓ ਫਿਰ ਉਹ ਤੁਹਾਨੂੰ
ਐਮਨਾਬਾਦ ਸ਼ਹਿਰ ਦੇ ਵਿੱਚੋਂ ਕਢਾ ਦੇਵੇਗਾ। ਤੁਮ ਜਾਣ ਹੋ ਮੈਂ ਕਹਿਓ ਸੁਨਾਈ। ਮੈਂ ਤੇ ਤੁਹਾਨੂੰ ਆ ਉੱਚੀ ਸਾਰੀ ਸੁਣਾ ਕੇ ਕਹਿ ਦਿੱਤਾ, ਅੱਗੇ ਤੁਸੀਂ ਜਾਣੋ ਤੇ ਉਹ ਮਲਕ ਭਾਗੋ ਜਾਣੇ। ਇਹ ਬਿਦ ਕਹਿ ਕਰ ਦਿਜ ਤਬ ਗਵਨਾ। ਇਸ ਤਰ੍ਹਾਂ ਕਹਿ ਕਰਕੇ ਜਿਹੜਾ ਇਹ ਬ੍ਰਾਹਮਣ ਹੈ ਉਹ ਤੇ ਚਲਾ ਗਿਆ ਹੈ। ਦੂਸ਼ਣ ਕਰੀ ਖਿਮਾ ਕੀ ਭਵਨਾ। ਜੋ ਖਿਮਾ ਦੇ ਘਰ ਹੀ ਹੈ ਸਹਾਰਨ ਸ਼ਕਤੀ ਜਿਸ ਗੁਰੂ ਮਹਾਰਾਜ 'ਚ ਬਹੁਤ ਹੈ। ਗੁਰੂ ਸਾਹਿਬ ਜੀ ਦੇ ਚੋਪੀ ਕੀਤੇ ਹੋਏ ਹੈ। ਬ੍ਰਹਮ ਭੋਜ ਤਿਨ ਅਧਿਕ ਬਨਾਵਾ। ਇੱਧਰ ਜਿਹੜਾ ਮਲਕ ਭਾਗੋ ਹੈ ਉਸਨੇ ਬ੍ਰਹਮ ਭੋਜ ਬਹੁਤ ਤਕੜਾ ਹੀ ਬਣਾਇਆ ਹੈ। ਲੰਗਰ ਪਾਣੀ ਬਹੁਤ ਤਕੜਾ ਹੀ ਕੀਤਾ ਹੈ। ਊਚ ਨੀਚ ਸਭ ਸਦਨ ਅਲਾਵਾ। ਭਾਵੇਂ ਕੋਈ ਉੱਚੀ ਜਾਤ ਵਾਲੇ ਦਾ ਘਰ ਹੈ, ਕੋਈ ਨੀਵੀਂ ਜਾਤ ਵਾਲੇ ਦਾ ਘਰ, ਸਭ ਨੂੰ ਕਿਹਾ ਵੀ ਆ ਕੇ ਭੋਜਨ ਛਕੋ। ਕਰਿਓ ਜਾਏ ਕਰ ਖਾਨ ਆਹਾਰਾ। ਜਾ ਕਰਕੇ ਸਭ ਨੇ ਬੜੀ ਤਿਆਰੀ ਨਾਲ ਤੇ ਇਹ ਭੋਜਨ ਛਕਿਆ। ਬ੍ਰਹਮ ਭੋਜ ਮਲਕ ਭਾਗੋ ਦੇ ਘਰ। ਅਨੇਕ ਭਾਂਤ ਕਰ ਜੋ ਸਵਾਰਾ। ਜੋ ਅਨੇਕਾਂ ਤਰੀਕਿਆਂ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਭੋਜਨ ਬਣਾਇਆ ਸਵਾਰਿਆ ਸੀ। 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਸਨ। ਤ੍ਰਿਪਤ ਹੋਏ ਬਹੁ ਸੁਜਾਸ ਬਖਾਨ ਹੈ। ਇਹ ਲੋਕ ਚੰਗੀ ਤਰ੍ਹਾਂ ਤ੍ਰਿਪਤ ਹੋ ਕੇ ਰੱਜ ਕੇ ਤੇ ਬੜਾ ਜਸ ਕਹਿੰਦੇ ਆ ਸ੍ਰੇਸ਼ਟ ਮਲਕ ਭਾਗੋਂ ਦਾ। ਪੁੰਨਵਾਨ ਤਾਂ ਕੋ ਆਤਮਨ ਹੈ। ਮਲਕ ਭਾਗੋਂ ਨੂੰ ਬਹੁਤ ਤਗੜਾ ਪੁੰਨ ਕਰਨ ਵਾਲਾ ਹੀ ਮੰਨ ਰਹੇ ਹੈ। ਝੂਠੀ ਲਖ ਹੈ ਨਾ ਇਹ ਪਰਪੰਚੀ। ਝੂਠੇ ਲੋਕ ਝੂਠ ਬੋਲਣ ਵਾਲੇ ਨਹੀਂ ਜਾਣਦੇ ਵੀ ਇਹ ਜਿਹੜਾ ਮਲਕ ਭਾਗੋਂ ਦੁਸ਼ਟੇ ਤੇ ਬੜਾ ਛਲੀਆ ਕਪਟੀਆ ਹੈ। ਜਿਨ ਵੱਡ ਅਗ ਕਰ ਮਾਇਆ ਸੰਚੀ। ਜਿਸ ਨੇ ਆ ਵੱਡੇ ਵੱਡੇ ਪਾਪ ਕਰਕੇ ਜਿਹੜੀ ਮਾਇਆ ਇਕੱਠੀ ਕੀਤੀ ਹੋਈ ਹੈ। ਦੋਹਰਾ ਤਿਹ ਗ੍ਰਹਿ ਨਹ ਸ੍ਰੀ ਗੁਰ ਗਏ। ਉਸ ਨੇ ਤੇ ਬੜਾ ਤਗੜਾ ਹੈ ਲੰਗਰ ਭੋਜਨ ਕੀਤਾ ਹੈ। ਉਧਰ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਗਏ ਨਹੀਂ ਹਨ। ਦਿਨ ਬਿਤਾਇ ਉਦਿਆਨ। ਸਾਰਾ ਜਿਹੜਾ ਦਿਨ ਹੈ ਉਹ ਜੰਗਲ ਦੇ ਵਿੱਚ ਹੀ ਲੰਘਾ ਦਿੱਤਾ ਹੈ। ਲਾਲੋ ਆਲ ਆਨਕ। ਫਿਰ ਜਦੋਂ ਸੰਧਿਆ ਹੋਈ, ਸ਼ਾਮ ਹੋਈ ਹੈ, ਭਾਈ ਲਾਲੋ ਦੇ ਘਰ ਆਣ ਕੇ ਰਾਜਤ ਮਾਇਆ ਨਿਦਾਨ। ਮਾਇਆ ਨਿਧਾਨ ਮੇਰ ਦੇ ਜੋ ਘਰ ਹੈ, ਮੇਰ ਦੇ ਜੋ ਖਜ਼ਾਨਾ ਹੈ, ਗੁਰੂ ਸਾਹਿਬ ਜੀ ਭਾਈ ਲਾਲੋ ਦੇ ਘਰ ਆ ਟਿਕੇ ਹੈ, ਬਿਰਾਜ ਰਹੇ ਸਜ ਰਹੇ ਹਨ। ਚੌਪਈ ਤਪਾ ਨਾ ਆਇਓ ਦਿਜ ਤਹ ਜਾਨੀ। ਇੱਧਰ ਜਿਹੜਾ ਬ੍ਰਾਹਮਣ ਸੀ ਸੁਨਾਹ ਦੇਣ ਵਾਲਾ, ਇਸ ਨੇ ਜਾਣ ਲਿਆ ਵੀ ਜੋ ਤਪਾ ਗੁਰੂ ਨਾਨਕ ਉਹ ਤੇ ਭੋਜਨ ਛਕਣ ਆਇਆ ਨਹੀਂ ਹੈ। ਦੂਤੀ ਭਾਗੋ ਨਿਕਟ ਬਖਾਨੀ। ਇਸ ਨੇ ਜਾ ਕੇ ਮਲਕ ਭਾਗੋਂ ਦੇ ਕੋਲ ਤੇ ਗੁਰੂ ਨਾਨਕ ਸਾਹਿਬ ਜੀ ਦੀ ਚੁਗਲੀ ਕੀਤੀ ਹੈ। ਕਰਤ ਹੁਤੇ ਸੋ ਅਸੂਆ ਆਗੇ। ਅਸੂਆ ਆਗੇ ਕਿਉਂਕਿ ਇਹਦੇ ਪਹਿਲਾਂ ਹੀ ਜਿਹੜਾ ਬ੍ਰਾਹਮਣ ਤੇ ਹੋਰ ਲੋਕ ਗੁਰੂ ਸਾਹਿਬ ਜੀ ਨਾਲ ਈਰਖਾ ਕਰਦੇ ਸਨ। ਜਾਤੇ ਦੁਸ਼ਟੀ ਸੋ ਅਨਰਾਗੇ। ਇਸੇ ਕਰਕੇ ਬੜੀ ਦੁਸ਼ਟਤਾਈ ਨਾਲ ਦੋਸ਼ ਲਾਉਣ ਵਾਸਤੇ ਗੁਰੂ ਸਾਹਿਬ ਜੀ ਦੀ ਚੁਗਲੀ ਕਰਨ ਵਿੱਚ ਬੜੇ ਪ੍ਰੇਮੀ ਪਿਆਰੇ ਹੋ ਰਹੇ ਹੈ। ਦੇਖੋ ਮਲਕ ਨਾ ਤੁਮਰੇ ਆਇਓ। ਵੇਖ ਲੋ ਮੰਤਰੀ ਸਾਹਿਬ ਮਲਕ ਭਾਗੋ ਜੀ ਆ ਤੁਹਾਡੇ ਘਰ ਉਹ ਨਾਨਕ ਤਪਾ ਨਹੀਂ ਭੋਜਨ ਛਕਣ ਵਾਸਤੇ ਆਇਆ ਹੈ। ਖੱਤਰੀ ਨਾਨਕ ਤਪਾ ਕਹਾਇਓ। ਫਿਰ ਦੂਸਰਾ ਉਹ ਤੁਹਾਡੀ ਆਪਣੀ ਜਾਤ ਦਾ ਵੀ ਖੱਤਰੀਆਂ ਵਿੱਚੋਂ ਹੈ ਤੇ ਆਪਣਾ ਨਾਨਕ ਤਪਾ ਨਾਮ ਸਦਾਰਿਆ ਕਹਾਰਿਆ ਹੈ। ਤੁਮ ਤੇ ਅਧਿਕ ਆਪ ਕੋ ਜਾਨਾ। ਮਲਕ ਭਾਗੋ ਜੀ ਵੇਖੋ ਕਿ ਉਹ ਤੁਹਾਡੇ ਤੋਂ ਆਪਣਿਆਂ ਨੂੰ ਵੱਡਾ ਹੀ ਕਰਕੇ ਉਸਨੇ ਜਾਣਿਆ ਹੈ। ਅਚਿ ਆਹਾਰ ਨਾ ਤੁਮ ਕਰ ਆਨਾ। ਤੁਹਾਡੇ ਘਰ ਆ ਕੇ ਇਸੇ ਕਰਕੇ ਤੇ ਉਹਨਾਂ ਨੇ ਭੋਜਨ ਨਹੀਂ ਛਕਿਆ ਹੈ। ਆਖ ਤਰਾ ਨਹ ਆਨਤ ਕਾਹੂ। ਮਾਲਕ ਭਾਗੋ ਜੀ ਉਹ ਤੇਰੇ ਵਰਗੇ ਤੇ ਹੋਰ ਕਿਸ ਨੂੰ ਆਪਣੀ ਅੱਖ ਥੱਲੇ ਨਹੀਂ ਲਿਆਉਂਦੇ। ਤਜੀ ਰੀਤ ਪਗ ਤਰਤ ਕਰਾਹੂ। ਇਸੇ ਕਰਕੇ ਤੇ ਉਹਨਾਂ ਨੇ ਜਿਹੜੀ ਸਨਾਤਨ ਮਤ ਦੀ ਰੀਤੀ ਮਰਿਆਦਾ ਛੱਡ ਦਿੱਤੀ ਹੈ ਵੀ ਜੰਝੂ ਪਾਉਣਾ, ਤੋੜ ਧੋਤੀ ਬੰਨਣੀ, ਗਲ 'ਚ ਪਰਨਾ ਪਾਉਣਾ, ਮੱਥੇ 'ਤੇ ਟਿੱਕਾ ਲਾਉਣਾ, ਇਹ ਸਭ ਕੁਝ ਛੱਡ ਕਰਕੇ ਤੇ ਜਿਹੜਾ ਹੈ
ਖੋਟੇ ਰਾਹ ਦੇ ਉੱਪਰ ਹੀ ਉਹਨਾਂ ਨੇ ਪੈਰ ਚਰਨ ਪਾਇਆ ਹੈ, ਆਪਣਾ ਪੁੱਠੇ ਰਾਹ ਤੇ ਚੱਲ ਰਿਹਾ ਹੈ। ਸ਼ੂਦਰ ਕੇ ਘਰ ਭੋਜਨ ਕਰਹੀਂ, ਜੋ ਸੂਦਰ ਹੈ ਨਾ ਤਰਖਾਣ, ਭਾਈ ਲਾਲੋ ਦੇ ਘਰ ਜਾ ਕੇ ਭੋਜਨ ਕਰਦਾ ਸਕਦਾ ਹੈ। ਆਵਾ ਇਹਾਂ ਨਾ ਔਰ ਮਹਿ ਡਰਹੀਂ, ਆ ਹਿਰਦੇ ਵਿੱਚ ਕੋਈ ਤੁਹਾਡਾ ਡਰ ਹੀ ਨਹੀਂ ਹੈ, ਡਰਦਾ ਹੀ ਨਹੀਂ ਹੈ, ਤੇ ਇੱਥੇ ਤੁਹਾਡੇ ਘਰ ਵੀ ਨਹੀਂ ਆ ਭੋਜਨ ਛਕਣ। ਦੋਹਰਾ ਸੁਨ ਭਾਗੋ ਪੁਨ ਬੂਝਹੀ, ਸੁਣ ਕੇ ਇਹ ਮਲਕ ਭਾਗੋ ਨੇ ਪੁੱਛਿਆ ਬ੍ਰਾਹਮਣ ਨੂੰ ਦਇਓ ਅਮੰਤ ਕੇ ਨਾਹੇ, ਕਿ ਬ੍ਰਾਹਮਣ ਤੂੰ ਪਹਿਲਾਂ ਇਹ ਦੱਸ ਵੀ ਤੂੰ ਸਵੇਰੇ ਜਾ ਕੇ ਨਾਨਕ ਤਪੇ ਨੂੰ ਨਿਉਂਦਾ ਦਿੱਤਾ ਹੈ ਕਿ ਨਹੀਂ। ਕਹਿ ਦੇ ਯਕੀਨ ਤਗੀਦ ਮੈਂ, ਇਹ ਬ੍ਰਾਹਮਣ ਕਹਿਣ ਲੱਗਾ ਵੀ ਨਹੀਂ ਮੰਤਰੀ ਸਾਹਿਬ ਜੀ, ਮੈਂ ਤੇ ਚੰਗੀ ਤਰ੍ਹਾਂ ਤਕੀਦ ਕੀਤੀ ਸੀ, ਬਾਰ-ਬਾਰ ਕਿਹਾ ਸੀ ਵੀ ਆ ਤੁਸਾਂ ਨੇ ਭੋਜਨ ਛਕਣ ਆਉਣਾ, ਜੇ ਨਾ ਆਏ ਤੇ ਮਲਕ ਭਾਗੋ ਗੁੱਸੇ ਹੋ ਜਾਊਗਾ। ਬਹੁਤ ਬਾਰ ਬਚ ਪ੍ਰਾਹੇ, ਮੈਂ ਤੇ ਬਹੁਤ ਵਾਰ ਇਹ ਬਚਨ ਕਿਹਾ ਸੀ, ਬਾਰ-ਬਾਰ ਦੱਸਿਆ ਸੀ ਉਹਨਾਂ ਨੂੰ। ਚੌਪਾਈ ਸਨਤ ਮਲਕ ਮਨ ਕ੍ਰੋਧ ਆਇਓ, ਸੁਣ ਕੇ ਇਹ ਮਲਕ ਭਾਗੋ ਨੂੰ ਤੇ ਮਨ ਵਿੱਚ ਬਹੁਤ ਕ੍ਰੋਧ ਆਇਆ ਹੈ। ਮਨ ਹਾਂ ਸਿੰਘ ਪਰ ਮਸ਼ਕ ਰਸਾਇਓ, ਮਾਨੋ ਕਿ ਸ਼ੇਰ ਦੇ ਉੱਪਰ ਜਿਹੜਾ ਮੱਛਰ ਹੈ ਉਹਨੂੰ ਹੀ ਗੁੱਸਾ ਹੋਇਆ ਹੈ। ਜਾ ਬਹੁ ਤੇਜ ਤਿਹ ਆਨ ਬੁਲਾਈ, ਕਹਿੰਦਾ ਉਹ ਬ੍ਰਾਹਮਣਾ ਚਲਿਆ ਜਾ ਹੁਣੇ ਹੀ ਤੇ ਆ ਬੁਲਾ ਕੇ ਲਿਆ ਇੱਥੇ ਉਹਨਾਂ ਨੂੰ। ਦੇਖ ਲਹਿ ਤੈਨ ਕੀ ਮਨਸ਼ਾਈ, ਆ ਹੁਣੇ ਦੇਖ ਲੈਨੇ ਆ ਉਹਨਾਂ ਦੇ ਮਨ ਦੀ ਮਰਜ਼ੀ, ਦੇਖ ਲੈਨੇ ਆ ਉਹਨਾਂ ਦੀ ਜਿਹੜੀ ਆ ਮਰਦਾਨਗੀ ਸੂਰਮਤਾਈ। ਕੇਤਕ ਜੋਰ ਐਠ ਸੋ ਕਰਹੀ, ਵੇਨੇ ਆ ਵੀ ਆ ਕਿੰਨਾ ਕੁ ਜਿਹੜਾ ਹੈ ਆਕੜ ਕੇ ਤੋਂ ਆਪਣਾ ਬਲ ਜਾ ਕਰ ਲੈਂਦਾ, ਦਿਖਾਉਂਦਾ ਸਾਨੂੰ। ਆਵਾ ਖਾਨ ਨਾਮ ਔਰ ਮਹਿ ਡਰਹੀ, ਆ ਕਮਾਲ ਹੋ ਗਈ, ਹੱਦ ਹੋ ਗਈ ਆ ਵੀ ਮੈਂ ਕਿਹਾ ਹੈ ਤੇ ਹਿਰਦੇ ਵਿੱਚ ਕੋਈ ਡਰ ਹੀ ਨਹੀਂ ਰੱਖਿਆ, ਨਾ ਭੋਜਨ ਛਕਣੀ ਆਇਆ ਹੈ। ਸੋਨ ਦਿਜ ਹਰਖਤ ਤੂਰਨ ਗਵਨਾ, ਸੁਣ ਕੇ ਬ੍ਰਾਹਮਣ ਬੜਾ ਖੁਸ਼ ਹੋਇਆ ਤੇ ਛੇਤੀ ਚੱਲ ਪਿਆ ਹੈ। ਉਤੋ ਜਹਾਂ ਲਾਲੋ ਕੋ ਪਵਨਾ, ਜਿੱਥੇ ਆ ਭਾਈ ਲਾਲੋ ਦਾ ਘਰ ਹੈ ਸੀ। ਘਰ ਠਾਂਡੋ ਉੱਚੋ ਬਚ ਪ੍ਰਾਹੀ, ਇਹ ਦਰਵਾਜ਼ੇ ਦੇ ਖੜਾ ਹੋ ਕੇ ਭਾਈ ਲਾਲੋ ਦੇ ਘਰ ਦੇ ਤੇ ਉੱਚੀ ਸਾਰੀ ਬਚਨ ਕਿਹਾ ਕਿ ਹੇ ਲਾਲੋ, ਲਾਲੋ ਨਾਨਕ ਤਪਾ ਇਹਾਹੀ, ਹੈ ਲਾਲੋ ਭਾਈ ਦੱਸ ਕਿ ਜੋ ਨਾਨਕ ਤਪਾਗੀ ਇੱਥੇ ਹੀ ਆ ਤੇਰੇ ਘਰ। ਕਹਿ ਲਾਲੋ ਵੈਸੇ ਹੈ ਅੰਤਰ, ਭਾਈ ਲਾਲੋ ਜੀ ਕਹਿਣ ਲੱਗੇ ਵੀ ਹਾਂ ਬ੍ਰਾਹਮਣ ਗੁਰੂ ਨਾਨਕ ਸਾਹਿਬ ਮਹਾਰਾਜ ਘਰ ਦੇ ਅੰਦਰ ਹੀ ਬੈਠੇ ਹੈ। ਕਾਜ ਕੌਣ ਤੋ ਕਹੋ ਨਿਰੰਤਰ, ਵੀ ਤੈਨੂੰ ਉਹਨਾਂ ਨਾਲ ਕੰਮ ਕੀ ਹੈ, ਤਾਂ ਬਿਨਾਂ ਪੜ੍ਹਦੇ ਹੀ ਤੂੰ ਕਹਿ ਆਪਣਾ ਕੰਮ, ਸਪਸ਼ਟ ਹੀ ਸਿੱਧਾ ਹੀ ਜੋ ਗੱਲਬਾਤ ਹੋ ਕਹਿ ਮੈਨੂੰ। ਦੋਹਰਾ ਕਹਿ ਦਿਜ ਪਠਵਹੁ ਵਹਿ ਕੋ, ਇਹ ਬ੍ਰਾਹਮਣ ਕਹਿਣ ਲੱਗਾ ਵੀ ਉਹ ਭਾਈ ਲਾਲੋ ਗੁਰੂ ਨਾਨਕ ਸਾਹਿਬ ਤਪੇ ਨੂੰ ਬਾਹਰ ਭੇਜ। ਸ੍ਰੀ ਗੁਰ ਆਪੇ ਆਪ, ਉਧਰ ਗੁਰੂ ਸਾਹਿਬ ਜੀ ਬਿਰਾਜਮਾਨ ਸਨ ਆਪਣੇ ਅੰਦਰ, ਤੇ ਸੁਣ ਕੇ ਗੁਰੂ ਸਾਹਿਬ ਜੀ ਆਪੇ ਹੀ ਆ ਗਏ ਹੈ। ਕਿਆ ਪਾਦਾ ਤੁਮ ਕਹਿਤ ਹੋ, ਮਹਾਰਾਜ ਕਹਿਣ ਲੱਗੇ ਹੇ ਪਾਂਦੇ ਬ੍ਰਾਹਮਣ ਦੱਸ ਵੀ ਤੂੰ ਕੀ ਕਹਿੰਦਾ ਹੈ। ਕਾਜ ਦੇਹੁ ਸੁਨਾਏ, ਆਪਣਾ ਜਿਹੜਾ ਕੋਈ ਕੰਮ ਹੈ, ਕੀ ਕੰਮ ਹੈ ਸਾਡੇ ਨਾਲ, ਉਹ ਤੂੰ ਜਿਹੜਾ ਪ੍ਰਗਟ ਕਰ ਸੁਣਾ ਦੇ ਸਾਨੂੰ। ਚੌਪਈ ਚਲਿਏ ਤੁਰਨ ਮਲਕ ਬੁਲਾਵਾ, ਇਹ ਬੋਲਿਆ ਕਿ ਚਲੋ ਜੀ ਚੱਲੀਏ ਛੇਤੀ, ਤੁਹਾਨੂੰ ਮਲਕ ਭਾਗੋ ਨੇ ਬੁਲਾਇਆ ਘਰ ਆਪਣੇ। ਨਤ ਮਾਨਵ ਕੋ ਅਵਰ ਪਠਾਵੈ, ਆ ਜੇ ਤੁਸੀਂ ਨਾ ਚੱਲੋਗੇ ਤੇ ਆ ਵੇਖ ਲਓ ਆ ਜਿਹੜੇ ਮਨੁੱਖ ਹੈ ਉਹ ਭੇਜ ਦੇਵੇਗਾ ਤੁਹਾਨੂੰ ਲੈਣ ਵਾਸਤੇ। ਬੋਲੇ ਸ੍ਰੀ ਗੁਰ ਸਭ ਸੁਖ ਧਾਮਾ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਸਾਰੇ ਸੁੱਖਾਂ ਦਾ ਘਰ ਹੈ ਬਚਨ ਬੋਲੇ ਹੈ। ਮਲਕ ਸੰਗ ਕਿਆ ਹਮਰੋ ਕਾਮਾ, ਕਹਿਣ ਲੱਗੇ ਹੈ ਬ੍ਰਾਹਮਣਾ ਦੱਸ ਵੀ ਉਹ ਜਿਹੜਾ ਮਲਕ ਭਾਗੋਂ ਤੂੰ ਕਹਿਣਾ ਉਹਦੇ ਨਾਲ ਭਲਾ ਸਾਡਾ ਕੀ ਕੰਮ ਹੈ। ਕੌਣ ਮਲਕ ਹੋ ਜਾਣਤ ਨਾਹੀ, ਉਹ ਕੌਣ ਮਲਕ ਹੈ ਤੇ ਕੀ ਹੈ, ਉਹ ਕਿੱਥੇ
ਰਹਿੰਦਾ ਅਸੀਂ ਨਹੀਂ ਜਾਣਦੇ ਉਹਨੂੰ। ਕਬ ਨਾ ਬਿਲੋਕਿਓ ਕਹਾਂ ਬਸਾਹੀ, ਅਸਾਂ ਨੇ ਨਹੀਂ ਕਦੀ ਉਹਨੂੰ ਵੇਖਿਆ ਤੇ ਉਹ ਕੀ ਕਰਦਾ, ਕਿੱਥੇ ਰਹਿੰਦਾ ਹੈ, ਕਿੱਥੇ ਵਸਦਾ ਹੈ। ਲੈਨ ਦੇਨ ਕੋ ਕਾਜ ਨਾ ਕੋ, ਵੀ ਸਾਡਾ ਤੇ ਉਹ ਮਲਕ ਭਾਗੋ ਦੇ ਨਾਲ ਕੋਈ ਲੈਣ ਦੇਣ ਦਾ ਤੇ ਕੰਮ ਨਹੀਂ ਹੈ। ਕਿਉ ਆਇਸ ਕਰ ਭੇਜਤ ਸੋ, ਆ ਕਿਉਂ ਫਿਰ ਉਹ ਤੇਰੇ ਵਰਗਿਆਂ ਨੂੰ ਭੇਜ ਭੇਜ ਕੇ ਤੇ ਸਾਨੂੰ ਆਗਿਆ ਦਿੰਦਾ ਹੈ, ਆਗਿਆ ਜੀ ਕਰਦਾ ਹੈ ਵੀ ਬੁਲਾ ਕੇ ਲਿਆਓ। ਹਟ ਦੂਜੀ ਦੂਤੀ ਦੇ ਯਕੀਨੀ, ਇਹ ਬ੍ਰਾਹਮਣ ਤੇ ਅੱਗੇ ਬੜਾ ਸੜਿਆ ਬੜਿਆ ਸੀ, ਮੁੜਿਆ ਮੁੜ ਕਰਕੇ ਦੂਜੀ ਵਾਰ ਜਾ ਕੇ ਇਹਨੇ ਚੁਗਲੀ ਕੀਤੀ ਹੈ। ਭੇਵ ਨਾ ਸਮਝਹਿ ਜਿਹ ਮਤਹੀਨੀ, ਜਿਸ ਦੀ ਅਕਲ ਮਤ ਨਾਸ ਹੋ ਗਈ ਹੈ, ਗੁਰੂ ਸਾਹਿਬ ਦਾ ਭੇਦ ਨਹੀਂ ਸਮਝਦਾ ਵੀ ਇਹਦੇ ਪਰਮੇਸ਼ਰ ਰੂਪ ਹਨ। ਸੁਨਹੁ ਮਲਕ ਜੋ ਆਇਸ ਤੋਰੀ, ਕਹਿਣ ਲੱਗਾ ਜਾਂਦਿਆਂ ਵੇਖੋ ਮਲਕ ਭਾਗੋ ਜੀ ਸੁਣੋ ਮੇਰਾ ਬਚਨ, ਜੋ ਤੁਹਾਡੀ ਆਗਿਆ ਸੀ ਉਹ ਆਗਿਆ ਉਹਨਾਂ ਨੇ ਤੋੜ ਦਿੱਤੀ ਹੈ। ਜਿਤੀ ਨ ਆਨਤ ਦੀਨ ਬਹੋਰੀ, ਕੀ ਦੱਸਾਂ ਵੀ ਉਹ ਤੇ ਤੁਹਾਨੂੰ ਆਪਣੇ ਹਿਰਦੇ ਵਿੱਚ ਲਿਆਉਂਦੇ ਨਹੀਂ, ਕੁਛ ਸਮਝਦਾ ਨਹੀਂ ਹੈ, ਆਗਿਆ ਵੀ ਮੋੜ ਦਿੱਤੀ ਹੈ। ਫਿਰ ਦੋਹਰਾ ਕਹਿ ਨ ਜਾਨੋ ਮਲਕ ਮੈਂ, ਉਹ ਤੇ ਇਸ ਤਰ੍ਹਾਂ ਕਹਿੰਦੇ ਆ ਵੀ ਜਿਹੜਾ ਕੌਣ ਹੈ ਮਲਕ ਭਾਗੋ ਅਸੀਂ ਨਹੀਂ ਜਾਣਦੇ। ਕੋ ਹੈ ਕਹਾਂ ਬਸਾਏ, ਵੀ ਕੌਣ ਹੈ ਮਲਕ ਭਾਗੋ ਤੇ ਕਿੱਥੇ ਵਸਦਾ ਰਹਿੰਦਾ ਹੈ। ਵੱਡੋ ਢੀਠ ਨਿਸ਼ਠੁਰ ਬਚਨ ਤੁਮ, ਬਚਨ ਇਸੇ ਕਰਕੇ ਮਲਕ ਭਾਗੋ ਜੀ ਗੁਰੂ ਨਾਨਕ ਜੋ ਤਬਾ ਤੇ ਬੜਾ ਢੀਠ ਹੈ, ਕਠੋਰ ਹੀ ਬਚਨ ਕਹਿੰਦਾ ਹੈ। ਤੁਮ ਕੋ ਕਹੇ ਬਨਾਏ, ਤੁਹਾਨੂੰ ਉਸਨੇ ਬੜੇ ਬਣਾ ਸਵਾਰ ਕੇ ਬੜੇ ਢੀਠਾਂ ਵਾਂਗ ਕਠੋਰ ਹੀ ਸਖਤ ਹੀ ਬਚਨ ਕਹੇ ਹੈ। ਕਹਿੰਦਾ ਕਿ ਮੈਂ ਨਹੀਂ ਜਾਣਦਾ ਕਿਹੜਾ ਮਲਕ ਭਾਗੋ ਕਿੱਥੇ ਵਸਦਾ, ਕੌਣ ਹੈ ਉਹ। ਚੌਪਈ ਨਹੀਂ ਬੁਲਾਇਓ ਇਹ ਠਾਂ ਆਵੇ, ਵੇਖ ਲੋ ਤੁਸਾਂ ਨੇ ਮੈਨੂੰ ਭੇਜਿਆ ਬੁਲਾਇਆ ਤੇ ਉਹ ਇਸ ਥਾਂ ਵੀ ਨਹੀਂ ਆਇਆ। ਹੁਣ ਕਰਹੋ ਅਬਹਿ ਜਿਉ ਹਿਰਦੈ ਭਾਵੈ, ਹੁਣ ਜਿਵੇਂ ਤੁਹਾਨੂੰ ਹਿਰਦੇ 'ਚ ਚੰਗਾ ਲੱਗਦਾ ਹੈ ਮੰਤਰੀ ਸਾਹਿਬ ਜੀ ਉਸੇ ਤਰ੍ਹਾਂ ਹੀ ਕਰ ਲਈਏ। ਭਵ ਭੋਜਨ ਕੀ ਕਰ ਹੈ ਨਿੰਦਾ, ਤਵ ਭੋਜਨ ਕੀ ਵੇ ਤੁਹਾਡਾ ਵੇਖ ਲੋ ਇੰਨਾ ਤਗੜਾ ਬ੍ਰਹਮ ਭੋਜਨ ਸੀ, ਉਹ ਛਕਣਾ ਦੇ ਕੀ ਹੈ ਸਗੋਂ ਨਿੰਦਿਆ ਕਰਦਾ ਹੈ। ਖਾਵਹਿ ਘਰ ਸ਼ੂਦਰ ਜੋ ਮੰਦਾ, ਆ ਜੋ ਮਾੜਾ ਸ਼ੂਦਰ ਤਰਖਾਣ ਹੈ ਭਾਈ ਲਾਲੋ ਉਹਦੇ ਘਰੋਂ ਭੋਜਨ ਛਕਦਾ ਖਾਂਦਾ ਹੈ। ਖੱਤਰੀ ਜਾਏ ਨਾ ਲੱਜਾ ਕਰਈ, ਖੱਤਰੀ ਜਾਤ ਨਾ ਲੱਜਾ ਕਰਈ, ਫਿਰ ਜਾਤ ਵੀ ਤੁਹਾਡੇ ਵਾਲੀ ਹੈ ਵੀ ਖੱਤਰੀ ਜਾਤ ਵਿੱਚੋਂ ਆ ਤੇ ਕੋਈ ਸ਼ਰਮਸ਼ਾਰ ਹੀ ਨਹੀਂ ਕਰਦੇ। ਲੋਕ ਰੀਤ ਔਰ ਤੇ ਪਰ ਹਰੀ, ਲੋਕਾਂ ਵਾਲੀ ਜਿਹੜੀ ਰੀਤ ਹੈ ਵੀ ਜਿਵੇਂ ਲੋਕ ਚੱਲਦੇ ਉਹ ਤੇ ਉਹਨਾਂ ਨੇ ਛੱਡ ਹੀ ਦਿੱਤੀ ਹੈ ਹਿਰਦੇ ਵਿੱਚੋਂ। ਆਗੇ ਪਾਵਕ ਰੋਸ ਬਹੁਤੀ, ਇੱਧਰ ਤੇ ਜਿਹੜਾ ਮਲਕ ਭਾਗੋ ਸੀ ਉਹਨੂੰ ਤੇ ਪਹਿਲਾਂ ਹੀ ਜਿਹੜੀ ਹੈ ਅੱਗ ਰੂਪੀ ਜਿਹੜਾ ਰੋਸ ਰੂਪੀ ਅੱਗ ਬਹੁਤਾ ਹੈ ਸੀ। ਬਚਨ ਕ੍ਰਿਤ ਜਨ ਦੀਨ ਆਹੂਤੀ, ਇਹ ਜਿਹੜੇ ਬ੍ਰਾਹਮਣ ਨੇ ਬਚਨ ਕਹੇ ਵੀ ਉਹ ਨਹੀਂ ਮੰਨਦੇ, ਉਹ ਨਹੀਂ ਆਉਂਦੇ। ਮਾਨੋ ਕਿ ਜਿਵੇਂ ਅੱਗ ਬਲਦੀ ਹੋਵੇ ਤੇ ਘਿਓ ਦੀ ਕੜਛੀ ਪੈ ਜੇ ਤੇ ਉਹ ਲਟ ਲਟ ਸਗੋਂ ਵੱਧਦੀ ਹੈ, ਕੜ ਕੜ ਕਰਕੇ ਤਾਂ ਲਾਟਾਂ ਨਿਕਲਦੀਆਂ। ਇਹਨੂੰ ਹੋਰ ਗੁੱਸਾ ਚੜ ਗਿਆ ਭਾਗੋ ਮਲਕ ਨੂੰ। ਅਰੁਣ ਵੇਖ ਕਰ ਮਲਕ ਅਲਾਵਾ, ਆ ਲਾਲ ਚੰਗੀ ਤਰ੍ਹਾਂ ਲਾਲ ਸੁਰਖ ਚਿਹਰਾ ਕਰਕੇ ਤੇ ਮਲਕ ਭਾਗੋ ਕਹਿੰਦਾ ਹੈ ਅਬ ਹੈ ਬੁਲਾਏ ਜੇ ਨਹ ਆਵੇ, ਉਹ ਬ੍ਰਾਹਮਣ ਤੂੰ ਚੱਲ, ਜੇ ਹੁਣ ਬੁਲਾਇਆ ਨਹੀਂ ਨਾ ਉਹ ਆਉਂਦੇ। ਬਹੁ ਨਰ ਜਾਵਹੁ ਗਹ ਆਨੀਜੈ, ਆ ਬਹੁਤ ਜਿਹੜੇ ਤੂੰ ਮਨੁੱਖ ਆ ਸਿਪਾਹੀ ਮੇਰੇ ਇਕੱਠੇ ਕਰਕੇ ਲੈ ਜਾ ਤੇ ਚਲੇ ਜਾਓ ਨਾਲ ਫੜ ਕੇ ਲੈ ਕੇ ਆਓ ਇੱਥੇ। ਦੇਜ ਕੇ ਸੰਗ ਬਿਲਮ ਨਹ ਕੀਜੈ, ਫਿਰ ਸਿਪਾਹੀਆਂ ਵਾਲੇ ਇਸ਼ਾਰਾ ਜਿਹਾ ਕਰਕੇ ਕਿਹਾ ਉਹ ਚਲੋ ਤਿਆਰ ਹੋ ਜਾਓ ਬ੍ਰਾਹਮਣ ਦੇ ਨਾਲ, ਦੇਰੀ ਨਾ ਕਰੀਏ। ਦੋਹਰਾ ਲੈ ਕਰ ਪਾਂਚ ਕੋ ਮਨ ਜਪਨਾ, ਫਿਰ ਇਹ ਜਿਹੜਾ ਬ੍ਰਾਹਮਣ ਹੈ ਇਹ ਪੰਜ ਕੁ ਜਿਹੜੇ ਮਨੁੱਖ ਲੈ ਕੇ ਚੰਗੇ ਚੰਗੇ, ਜਿਜ ਤਬ ਗਇਓ ਰਸਾਏ, ਇਹ ਜਿਹੜਾ ਬ੍ਰਾਹਮਣ ਹੈ ਬੜਾ ਗੁੱਸੇ ਜਿਹਦੇ ਨਾਲ
ਨੱਕ ਜਾ ਚੜਾ ਕੇ ਗਿਆ ਹੈ। ਉੱਚੇ ਬਚਨ ਉਚਾਰ ਕੇ ਬੜੀ ਉੱਚੀ ਬਚਨ ਉਚਾਰ ਕੇ ਉਹ ਨਾਨਕ ਤਪੇ। ਨਾਨਕ ਲਏ ਬੁਲਾਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕੋਲ ਬੁਲਾ ਲਿਆ ਵੀ ਨਾਨਕ ਤਪਿਆ ਬਾਹਰ ਆ, ਗੱਲ ਸੁਣ ਸਾਡੀ। ਚੌਪਈ ਮਲਕ ਰੋਸ ਤੁਝ ਪਰ ਬਹੁਕੀਨੋ। ਵੇਖ ਲੋ, ਮੈਂ ਤੁਹਾਨੂੰ ਕਿਹਾ ਸੀ ਪ੍ਰੇਮ ਨਾਲ, ਤੁਸਾਂ ਨੇ ਗੱਲ ਕੋਈ ਨਹੀਂ ਮੰਨੀ ਹੈ। ਉਹ ਮਲਕ ਭਾਗੋ ਨੇ ਤੁਹਾਡੇ ਉੱਪਰ ਹੁਣ ਬਹੁਤ ਗੁੱਸਾ ਕੀਤਾ ਹੈ। ਚਲੋ ਸੰਗ ਭਲ ਭਿਦ ਮਨ ਚੀਨੋ। ਇਸ ਕਰਕੇ ਮੈਂ ਕਹਿੰਦਾ ਵੀ ਆ ਚੰਗੀ ਤਰ੍ਹਾਂ ਮਨ ਵਿੱਚ ਜਾਣ ਲਓ ਤੇ ਸਾਡੇ ਨਾਲ ਹੀ ਹੁਣ ਚੱਲੀਏ ਉਹਦੇ ਘਰ। ਨਾਤੁਰ ਤੁਮ ਕੋ ਗਹਿ ਲੀ ਜਾਵਹਿ। ਨਹੀਂ ਤਾਂ ਕਿੰਨੇ ਜਿਹੜੇ ਨਾਲ ਲਿਆਂਦੇ ਨਾ ਮਨੁੱਖ 5-7 ਇਕੱਠੇ ਕਰਕੇ ਤੁਹਾਨੂੰ ਫੜ ਕੇ ਲੈ ਜਾਣਗੇ। ਹੀਰੋ ਨਰ ਨਹ ਬਿਲਮ ਲਗਾਵਹਿ। ਵੇਖ ਲੋ ਆ ਕਿੰਨੇ ਤਗੜੇ ਹੱਟੇ ਕੱਟੇ ਆਨੇ ਮਨੁੱਖ। ਵੇਖ ਲੋ ਤੇ ਦੇਰੀ ਨਾ ਲਾਈਏ, ਇਹ ਵੀ ਨਹੀਂ ਦੇਰੀ ਲਾਉਣਗੇ ਫੜਨ ਲੱਗਿਆਂ। ਬਿਗਸੇ ਸ੍ਰੀ ਪ੍ਰਭ ਸੁਨ ਬਚ ਐਸਾ। ਗੁਰੂ ਨਾਨਕ ਦੇਵ ਮਹਾਰਾਜ ਇਹੋ ਜਿਹਾ ਖੋਟਾ ਜਿਹਾ ਬਚਨ ਸੁਣ ਕੇ ਹੱਸੇ ਹੈ। ਚੱਲੇ ਸੰਗ ਜਹ ਭਾਗੋ ਬੈਸਾ। ਜਿੱਥੇ ਆ ਬਣ ਠਣ ਕੇ ਮਲਕ ਭਾਗੋਂ ਬੈਠਾ ਹੈ, ਗੁਰੂ ਨਾਨਕ ਸਾਹਿਬ ਜੀ ਇਹ ਬ੍ਰਾਹਮਣ ਦੇ ਨਾਲ ਹੀ ਚੱਲੇ ਹੈ। ਕਿਉਂਕਿ ਮਹਾਰਾਜ ਦੀ ਇਹ ਵਡਿਆਈ ਹੈ ਵੀ ਕਿਸੇ ਦੁਸ਼ਟ ਦਾ ਹੱਥ ਨਹੀਂ ਸੀ ਲੱਗਣ ਦਿੰਦੇ ਆਪਣੇ ਆਪ ਨੂੰ। ਜਿਵੇਂ ਨਵਾਬ ਦੌਲਤ ਖਾਂ ਵੀ ਕਹਿੰਦਾ ਸੀ ਵੀ ਆਪਣੇ ਆਪ ਹੀ ਆ ਜਾਓ, ਨਹੀਂ ਤੇ ਮਨੁੱਖ ਭੇਜਾਂਗਾ, ਸਿਪਾਹੀ ਭੇਜਾਂਗਾ ਫੜਨ ਵਾਸਤੇ। ਤੇ ਗੁਰੂ ਸਾਹਿਬ ਜੀ ਉਸ ਵਕਤ ਵੀ ਸੁਣ ਕੇ ਹੱਸੇ ਤੇ ਨਾਲ ਚੱਲ ਪਏ ਸੀ ਵੀ ਇਹ ਦੁਸ਼ਟ ਲੋਕ ਕਿਉਂ ਹੱਥ ਲਾਉਣ ਸਾਨੂੰ। ਹੁਣ ਇੱਥੇ ਵੀ ਗੁਰੂ ਸਾਹਿਬ ਜੀ ਖਿੜਖੜਾ ਕੇ ਹੱਸੇ ਐਸਾ ਵੀ ਇਹ ਕੀ ਗੱਲ ਕਹਿੰਦੇ ਹੈ। ਤੇ ਉਹ ਬ੍ਰਾਹਮਣ ਦੇ ਨਾਲ ਹੀ ਚੱਲ ਪਏ ਜਿੱਥੇ ਇਹ ਮਲਕ ਭਾਗੋ ਦਾ ਘਰ ਹੈ। ਮਤ ਮੰਦਨ ਕੋ ਲੱਜਤ ਕਰਨੇ। ਇਹ ਮੰਦੀ ਮਤ ਵਾਲਿਆਂ ਨੂੰ ਸ਼ਰਮਸ਼ਾਰ ਕਰਨ ਵਾਸਤੇ। ਸਰਬ ਗਰਭ ਤਿਹ ਔਰ ਕੋ ਹਰਨੇ। ਇਹ ਜਿਹੜਾ ਮਲਕ ਭਾਗੋ ਨੂੰ ਅਹੰਕਾਰ ਗਰਭ ਚੜਿਆ, ਉਹਦੇ ਅਹੰਕਾਰ ਨੂੰ ਨਾਸ ਕਰਨ ਵਾਸਤੇ। ਸ੍ਰੀ ਗੁਰ ਗਵਨੇ ਜਾਇ ਗਾਰੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਬੇਪਰਵਾਹ ਗੁਰੂ ਜੀ ਹੈ, ਅੱਗੇ ਅੱਗੇ ਜਾ ਰਹੇ ਹੈ। ਲਾਲੋ ਚਲਿਓ ਸਸੰਖ ਪਿਸ਼ਾਰੀ। ਭਾਈ ਲਾਲੋ ਵੀ ਨਾਲ ਹੀ ਚੱਲਿਆ, ਬਸ਼ੰਕਾ ਦੀ ਸੈਦ ਹੋ ਕੇ ਪਿੱਛੇ ਪਿੱਛੇ ਡਰਦਾ ਹੋਇਆ। ਇਜ ਆਰ ਮਨੁਜ ਜਾਹੇ ਸੰਗ ਲਾਗੇ। ਇੱਧਰ ਜਿਹੜਾ ਬ੍ਰਾਹਮਣ ਹੈ ਤੇ ਜਿਹੜੇ ਨਾਲ ਸਿਪਾਹੀ ਹੈ ਉਹ ਨਾਲ ਨਾਲ ਹੀ ਚਲੇ ਜਾ ਰਹੇ ਪਿੱਛੇ ਲੱਗ ਕੇ। ਪਗ ਨਹਿ ਲਾਗਹਿ ਦੁਸ਼ਟ ਭਾਗੇ। ਇਹਨਾਂ ਦੇ ਤੇ ਕਿਤੇ ਧਰਤੀ ਤੇ ਪੈਰ ਨਹੀਂ ਲੱਗਦੇ, ਖੁਸ਼ੀ ਚੜੀ ਹੋਈ ਹੈ। ਦੁਸ਼ਟ ਹੈ ਜੋ ਖੋਟੇ ਭਾਗਾਂ ਵਾਲੇ, ਜਾਂ ਇਸ ਤਰ੍ਹਾਂ ਅਰਥ ਕੇ ਜੋ ਦੁਸ਼ਟ ਹੈ ਖੋਟੇ ਭਾਗਾਂ ਵਾਲੇ, ਗੁਰੂ ਸਾਹਿਬ ਦੇ ਚਰਨੀ ਨਹੀਂ ਲੱਗੇ ਕਿ ਤੇ ਪਰਮੇਸ਼ਰ ਰੂਪ ਹਨ। ਦੋਹਰਾ ਸੁਣੀ ਨਗਰ ਮਹਿ ਜਹ ਤਹਾ। ਇੱਧਰ ਜਿਹੜਾ ਐਮਣਾਬਾਦ ਸ਼ਹਿਰ ਹੈ, ਇੱਥੇ ਜਿੱਥੇ ਕਿੱਥੇ ਵੀ ਨਗਰ ਵਿੱਚ ਆ ਗੱਲ ਸੁਣੀ ਜਾ ਰਹੀ ਹੈ। ਸ੍ਰੀ ਗੁਰੂ ਗਹਿ ਮੰਗਵਾਏ। ਕਹਿੰਦੇ ਵੀ ਜੋ ਸ੍ਰੀ ਗੁਰੂ ਨਾਨਕ ਦੇਵ ਤਪਾ ਹੈ ਉਸ ਨੂੰ ਤੇ ਮਲਕ ਭਾਗੋ ਨੇ ਸਿਪਾਹੀਆਂ ਰਾਹੀਂ ਫੜ ਕੇ ਮੰਗਵਾਇਆ ਹੈ। ਧਾਏ ਧਾਏ ਹਿਤ ਹੀਰਨੇ। ਦੌੜ ਦੌੜ ਕੇ ਤੇ ਵੇਖਣ ਵਾਸਤੇ। ਸੰਗ ਚੱਲੇ ਸਭ ਜਾਏ। ਸਾਰੇ ਬੜੇ ਆ ਇਕੱਠੇ ਹੋ ਕੇ ਨਾਲ ਨਾਲ ਹੀ ਚੱਲੇ ਜਾ ਰਹੇ ਹਨ। ਚੌਪਈ ਜਾਏ ਮਲਕ ਟਿਗ ਬਚਨ ਅਲਾਇਓ। ਗੁਰੂ ਸਾਹਿਬ ਜੀ ਚਲੇ ਗਏ ਹੈ ਤੇ ਇਹ ਜਿਹੜਾ ਬ੍ਰਾਹਮਣ ਮੁਖੀ ਬਣਿਆ ਫਿਰਦਾ ਹੈ, ਇਸ ਨੇ ਜਾ ਕੇ ਮਲਕ ਭਾਗੋ ਦੇ ਕੋਲ ਤੇ ਬਚਨ ਕਿਹਾ। ਅਬ ਨਾਨਕ ਤੁਮਰੇ ਪਹਿ ਪਾਇਓ। ਮਲਕ ਭਾਗੋ ਮੰਤਰੀ ਸਾਹਿਬ ਜੀ, ਅੱਜ ਜੋ ਗੁਰੂ ਨਾਨਕ ਸਾਹਿਬ ਹੁਣ ਤੁਹਾਡੇ ਪਾਸ ਆ ਗਿਆ ਹੈ। ਮਲਕ ਕਹਿ ਆਨਹਾ ਮਮ ਪਾਸਾ। ਇਹ ਮਲਕ ਭਾਗੋ ਕਹਿਣ ਲੱਗਾ ਵੀ ਠੀਕ ਹੈ ਜੇ ਆ ਗਿਆ ਤੇ ਤੂੰ ਮੇਰੇ ਕੋਲ ਹੀ ਲੈ ਆ ਇੱਥੇ ਉਹਨਾਂ ਨੂੰ। ਸ੍ਰੀ ਗੁਰ ਅੰਤਰ ਗਏ ਵਾਸਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਚਲੇ ਗਏ ਦੇ ਘਰ ਜਿੱਥੇ ਬਣ ਠਣ ਕੇ ਬੈਠਾ ਹੋਇਆ ਸੀ। ਕਹਿਓ ਜਾਏ ਮੁਝ ਕਿਉਂ ਬੁਲਵਾਇਓ। ਉਹ
ਮਲਕ ਭਾਗੋ ਜਾਂਦਿਆਂ ਹੀ ਕਿਹਾ ਹੈ, ਦੱਸ ਵੀ ਤੂੰ ਕਿਉਂ ਸਾਨੂੰ ਬੁਲਾਇਆ ਆਪਣੇ ਕੋਲ। ਬਾਰ ਬਾਰ ਨਿਜ ਮਨ ਜ ਪਠਾਇਓ। ਆ ਬਾਰ-ਬਾਰ ਜਿਹੜਾ ਤੂੰ ਆਪਣੇ ਮਨੁੱਖ ਭੇਜੇ ਐ ਸਾਡੇ ਵੱਲ। ਕੌਣ ਕਾਜ ਤੇਰੋ ਮਮ ਸੰਗਾ। ਦੱਸ ਵੀ ਤੈਨੂੰ ਕਿਹੜਾ ਕੰਮ ਹੈ ਸਾਡੇ ਨਾਲ। ਭੇਜਹਿ ਆਇਸ ਹੋਏ ਨ ਸੰਗਾ। ਕਿਵੇਂ ਤੂੰ ਆ ਨਿਡਰ ਜਿਹਾ ਹੋ ਕੇ ਤੇ ਆਗਿਆ ਭੇਜਦਾ ਵੀ ਫੜ ਕੇ ਲਾ। ਦੱਸ ਵੀ ਤੇਰਾ ਸਾਡੇ ਨਾਲ ਕੀ ਕੰਮ ਕਾਜ ਹੈ। ਸੁਣ ਕਰ ਭਾਗੋ ਬਚਨ ਅਲਾਇਓ। ਸੁਣ ਕਰਕੇ ਮਲਕ ਭਾਗੋ ਨੇ ਗੁਰੂ ਸਾਹਿਬ ਜੀ ਨੂੰ ਕਿਹਾ, ਬ੍ਰਹਮ ਪੂਜ ਮਮ ਕਿਉ ਨਹਿ ਆਇਓ। ਉਹ ਨਾਨਕ ਤਪੇ ਦੱਸ ਆ ਬ੍ਰਹਮ ਭੋਜਨ ਮੈਂ ਐਸਾ ਕੀਤਾ ਭਲਾ ਤੂੰ ਕਿਉਂ ਨਹੀਂ ਆਇਆ ਮੇਰੇ ਘਰ ਛਕਣ। ਨਿਜ ਨ ਤੁਜਾ ਅਮੰਤੂ ਦੀਨੋ। ਆ ਮੇਰਾ ਬ੍ਰਾਹਮਣ ਇੰਨਾ ਸਿਆਣਾ ਸੀ, ਇਸਨੇ ਵੀ ਤੈਨੂੰ ਨਿਉਂਦਾ ਦਿੱਤਾ ਸੀ ਵੀ ਆਉਣ ਵਾਸਤੇ। ਆਨ ਆਹਾਰ ਨਾ ਖਾਵਨ ਕੀਨਾ। ਫਿਰ ਭਲਾ ਤੂੰ ਆ ਕੇ ਭਲਾ ਕਿਉਂ ਨਹੀਂ ਜਿਹੜਾ ਹੈ ਭੋਜਨ ਛਕਣਾ ਕੀਤਾ। ਤੈਨੂੰ ਸੁਣਾ ਵੀ ਭੇਜਾ ਤੂੰ ਫਿਰ ਵੀ ਨਹੀਂ ਆਇਆ ਹੈ। ਬ੍ਰਹਮ ਭੋਜ ਮੈਂ ਦੋਖੂ ਕਵਨਾ। ਦੱਸ ਵੀ ਮੇਰੇ ਜਿਹੜਾ ਬ੍ਰਹਮ ਭੋਜ ਹੈ ਇਹ ਲੰਗਰ ਕੀਤਾ, ਇਹਦੇ ਵਿੱਚ ਭਲਾ ਕਿਹੜਾ ਨੁਕਸ ਵੇਖਿਆ ਤੈਂ। ਜਿਹ ਪੇਖ ਨਹਿ ਆਵਾ ਮੁਝ ਭਵਨਾ। ਇਹਦੇ ਵਿੱਚ ਦੱਸ ਕੀ ਦੋਸ਼ ਹੈ ਤੇ ਵੀ ਜਿਹਦੇ ਵਿੱਚ ਤੂੰ ਦੋਸ਼ ਵੇਖ ਕੇ ਤੇ ਮੇਰੇ ਘਰ ਨਹੀਂ ਛਕਣ ਆਇਆ ਭੋਜਨ। ਹਮ ਫਕੀਰ ਸਭ ਤੇ ਸੋ ਬਿਦਾਵੈ। ਗੁਰੂ ਸਾਹਿਬ ਜੀ ਕਹਿਣ ਲੱਗੇ, ਮਲਕ ਭਾਗੋ ਸੁਣ ਸਾਡਾ ਬਚਨ, ਅਸੀਂ ਤੇ ਫਕੀਰ ਹਾਂ ਤੇ ਦਾਅਵੇ ਨਹੀਂ ਰੱਖਦੇ, ਦਾਅਵਿਆਂ ਤੋਂ ਬਿਨਾਂ ਹਾਂ। ਜਹਾਂ ਗੁਜਰਾ ਤਹਾਂ ਹੀ ਗੁਜਰਾਵਾ। ਜਿੱਥੇ ਸਾਡੀ ਗੁਜ਼ਰ ਹੁੰਦੀ ਹੈ ਗੁਜ਼ਾਰਾ ਹੁੰਦਾ ਉੱਥੇ ਹੀ ਗੁਜ਼ਾਰਦੇ ਹਾਂ, ਕਿਸੇ ਨਾਲ ਦਾਵਾ ਨਹੀਂ ਰੱਖਦੇ ਵੀ ਤੇਰੇ ਘਰ ਹੀ ਆਵਾਂਗੇ। ਦੋਹਰਾ ਜਹਾਂ ਬਣੀ ਅਚਰੀ ਤਹੀਂ। ਜਿੱਥੇ ਆ ਰੁੱਖੀ ਮਿੱਸੀ ਬਣੀ ਹੋਵੇ ਉੱਥੇ ਛਕ ਛਕਾ ਲਈਦੀ ਹੈ। ਲਾਲਚ ਅਚਮਨ ਨਾਹੀ। ਸਾਡੇ ਮਨ ਵਿੱਚ ਤੇ ਕੋਈ ਲਾਲਚ ਨਹੀਂ ਹੈ ਵੀ ਖੀਰ ਪੂੜੇ ਕੜਾ ਬਣਿਆ ਤੇ ਛਕੀ ਜਾ ਕੇ। ਇਹ ਲਾਲਚ ਛਕਣ ਦਾ ਤੇ ਸਾਨੂੰ ਕੋਈ ਹੈ ਹੀ ਨਹੀਂ ਹੈ। ਜੈਸੇ ਦੇਵਹ ਆਨਕੋ। ਔਰ ਜਿਸ ਤਰ੍ਹਾਂ ਦੀ ਵੀ ਰੁੱਖੀ ਮਿੱਸੀ ਬਣਾ ਕੇ ਕੋਈ ਸ਼ਰਧਾ ਨਾਲ ਲੈ ਕੇ ਆ ਜਾਵੇ। ਗੁਰ ਕਰ ਹਰਖ ਸੋ ਖਾਹੇ। ਹਿਰਦੇ ਵਿੱਚ ਬੜੀ ਖੁਸ਼ੀ ਕਰਕੇ ਅਸੀਂ ਖਾ ਲੈਨੇ ਆ, ਦਾਵਾ ਨਹੀਂ ਰੱਖਦੇ ਵੀ ਤੇਰੇ ਘਰ ਆਉਣਾ ਸਾਡਾ ਕੋਈ ਜ਼ਰੂਰੀ ਹੈ। ਚੌਪਈ ਸੁਨ ਕਰ ਮਲਕ ਕਹਿ ਰਸਬਾਨਾ। ਸੁਣ ਕਰਕੇ ਮਲਕ ਭਾਗੋ ਨੂੰ ਤੇ ਬਹੁਤ ਗੁੱਸਾ ਆਇਆ ਤੇ ਗੁੱਸੇ ਵਿੱਚ ਫੇਰ ਕਿਹਾ ਇਸਨੇ, ਭਾਵ ਵਿਪਰੀਤ ਹਿਰਦੇ ਤੁਝ ਪੈਨਾ। ਉਹ ਨਾਨਕ ਤਪੇ ਤੂੰ ਉਲਟੀ ਰੀਤੀ ਵਾਲਾ ਹੋ ਗਿਆ, ਉਲਟਾ ਹੀ ਚੱਲਦਾ, ਤੇਰੇ ਹਿਰਦੇ 'ਚ ਕੋਈ ਡਰ ਪੈ ਹੈ ਕਿ ਨਹੀਂ। ਸੁਨੀ ਹਮ ਹੈ ਤਵ ਖੱਤਰੀ ਜਾਤਾ। ਆ ਮੈਂ ਤੇਵੇਂ ਸੁਣਿਆ ਸੀ ਵੀ ਤੇਰੀ ਜਿਹੜੀ ਖੱਤਰੀ ਜਾਤ ਹੈ ਸਾਡੇ ਵਿੱਚੋਂ ਹੀ ਹੈ ਤੂੰ। ਸ਼ੂਦਰਨ ਸਦਨ ਅਸਨ ਨਿਤ ਖਾਤਾ। ਤੇ ਜਿਹੜਾ ਆ ਸ਼ੂਦਰ ਹੈ ਨੀਵੀਂ ਜਾਤ ਵਾਲਾ ਤਰਖਾਣ ਲਾਲੋ ਹੈ, ਉਹਦੇ ਘਰ ਵਿੱਚ ਤੂੰ ਹਮੇਸ਼ਾ ਹੀ ਭੋਜਨ ਖਾਣਾ ਹੈ। ਆ ਬਾਜਰੇ ਦੇ ਰੋਟੀਆਂ ਖਾਣਾ ਰੁੱਖੀਆਂ ਮਿੱਸੀਆਂ। ਤਪਾ ਰਖਾਇਓ ਆਖੈ ਤੋਹੀ। ਤੇ ਤੂੰ ਸਾਰਿਆ ਕਿਵੇਂ ਜਿਹੜਾ ਆਪਣਾ ਨਾਮ ਹੈ ਉਹ ਤਪਾ ਰਖਾਇਆ ਹੋਇਆ ਹੈ। ਦੇਖਤ ਹੀ ਰਿਸ ਉਪਜਹ ਮੋਹੀ। ਤੈਨੂੰ ਤੇ ਦੇਖ ਦੇਖ ਕੇ ਮੈਨੂੰ ਤੇ ਬਹੁਤ ਗੁੱਸਾ ਆਉਂਦਾ ਨਾਨਕ ਤਪੇ। ਬ੍ਰਹਮ ਭੋਜ ਕੋ ਨਾਮ ਰਖੇਈ। ਆ ਮੈਂ ਨਾਮ ਰੱਖਿਆ ਸੀ ਬ੍ਰਹਮ ਭੋਜ ਆਪਣੇ ਭੋਜਨ ਪ੍ਰਸ਼ਾਦੇ ਦਾ, ਤੇ ਤੂੰ ਉਸ ਬ੍ਰਹਮ ਭੋਜਨ 'ਚ ਕੀ ਨੁਕਸ ਰੱਖਦਾ ਹੈ ਕੱਢਦਾ ਹੈ। ਅੰਨ ਪਾਕ ਘਰ ਨੀਚ ਅਚੇਈ। ਮੇਰੇ ਬ੍ਰਹਮ ਭੋਜ ਵਿੱਚ ਨੁਕਸ ਕੱਢਦਾ ਹੈ ਤੇ ਜਿਹੜਾ ਨੀਚ ਜਾਤ ਵਾਲਾ ਹੈ ਉਹਦੇ ਘਰ ਜਾ ਕੇ ਭੋਜਨ ਛਕਦਾ ਚੰਗੀ ਤਰ੍ਹਾਂ। ਰਹਿ ਬੁਲਾਏ ਨਾ ਹਮ ਕਰ ਆਵਾ। ਵੀ ਆ ਹੱਦ ਹੋ ਗਈ ਹੈ, ਤੈਨੂੰ ਬੁਲਾ ਰਹੇ ਆ, 2-3 ਵਾਰੀ ਬ੍ਰਾਹਮਣ ਨੂੰ ਭੇਜਿਆ, ਤੂੰ ਮੇਰੇ ਘਰ ਆਇਆ ਹੀ ਨਹੀਂ ਹੈ। ਕਿਹ ਕੋ ਕਹਿਨ ਨਾ ਮਨ ਮਹਿ ਲਿਆਵਾ। ਆ ਕਿੰਨੀ ਵਾਰ ਕਿਹਾ, ਕਿਸੇ ਦਾ ਕਿਆ ਹੋਇਆ ਮਨ 'ਚ ਹੀ ਨਹੀਂ ਲਿਆਉਂਦਾ, ਕੋਈ ਖਬਰਸਾਰ ਹੀ ਨਹੀਂ ਕਰਦਾ ਹੈ। ਤੇਜ ਖੱਤਰੀ ਬੈਸਨ ਸਭ ਖਾਇਓ। ਵੀ ਤੁਸੀਂ ਜਿਹੜਾ ਹੈ ਅਸੀਂ ਬੰਦਿਸ਼ ਵਾਲੇ ਹੋ, ਵੇਖੋ ਮੇਰੇ ਘਰ ਬ੍ਰਾਹਮਣ ਖੱਤਰੀ ਬੈਸ ਸੂਦਰ ਸਭ ਨੇ ਆ ਕੇ ਛਕਿਆ ਭੋਜਨ। ਸੋ ਨਹਿ ਇਹ ਕੇ ਹਿਰਦੇ ਪਾਇਓ। ਜਿਹੜੇ ਕੋਲ ਖੜੇ ਸੀ ਉਹਨਾਂ ਵੱਲ ਇਸ਼ਾਰਾ ਜਾ ਕਰਕੇ ਕਹਿਣ ਲੱਗਾ, ਕਹਿੰਦਾ ਵੇਖੋ ਇਹ ਨਾਨਕ ਤਪੇ ਨੂੰ ਮੇਰਾ ਭੋਜਨ
ਭੋਜਨ ਹਿਰਦੇ ਵਿੱਚ ਚੰਗਾ ਹੀ ਨਹੀਂ ਲੱਗਾ, ਭਾਇਆ ਹੀ ਨਹੀਂ ਹੈ। ਦੋਹਰਾ ਸੁਣ ਸ੍ਰਵਣਨ ਸ੍ਰੀ ਗੁਰੂ ਪਨੈ। ਸੁਣ ਕੇ ਇਹਦੇ ਜਿਹੜੇ ਬਚਨ ਲਾਲੋ ਇਹਦੇ ਮਲਕ ਭਾਗੋ ਦੇ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ ਹਨ। ਆਨਹੁ ਅਬਹਿ ਆਹਾਰ। ਮਹਾਰਾਜ ਕਹਿਣ ਲੱਗੇ ਮਲਕ ਭਾਗੋ ਐਵੇਂ ਗੁੱਸਾ ਨਾ ਕਰ, ਜਿਹੜਾ ਤੇਰਾ ਭੋਜਨ ਬਣਾਇਆ ਬ੍ਰਹਮ ਭੋਜਨ ਉਹ ਤੂੰ ਹੁਣੇ ਹੀ ਲੈ ਕੇ ਆ। ਬ੍ਰਹਮ ਭੋਜ ਮਹਿ ਜੋ ਕਰਿਓ। ਜੋ ਤੂੰ ਆ ਬ੍ਰਹਮ ਭੋਜਨ ਦੇ ਵਿੱਚ ਸਭ ਤਰ੍ਹਾਂ ਨਾਲ ਪੂੜੀਆਂ ਛੋਲੇ ਆਦਿਕ ਤਿਆਰ ਕੀਤੇ ਹਨ, ਰਹੇ ਨਾ ਚਾਹੇ ਤੁਮਾਰਾ। ਤੇਰੇ ਚਿੱਤ ਵਿੱਚ ਕੋਈ ਇੱਛਾ ਨਾ ਰਹਿ ਜੇ ਵੀ ਮੈਂ ਬ੍ਰਹਮ ਭੋਜਨ ਕੀਤਾ ਕਿ ਪਤਾ ਨਹੀਂ ਲਹੂ ਭੋਜ ਕੀਤਾ ਤੇ ਛਕਿਆ ਨਹੀਂ ਹੈ, ਉਹ ਤੂੰ ਲੈ ਕੇ ਆ ਹੁਣੇ। ਜੋ ਪਈ ਤਿਹ ਸੋ ਕਹਿ ਲਾਲੋ ਸੋ ਭਾਖਾ। ਇਸ ਮਲਕ ਭਾਗੋ ਨੂੰ ਕਹਿ ਦਿੱਤਾ ਪਹਿਲਾਂ ਵੀ ਜੋ ਤੂੰ ਚੰਗਾ ਚੋਖਾ ਬਣਾਇਆ ਉਹ ਲੈ ਕੇ ਆ। ਫਿਰ ਭਾਈ ਲਾਲੋ ਨੂੰ ਕਹਿ ਦਿੱਤਾ ਹੈ ਆਨਹੁ ਅਸਨ ਹੋਏ ਕੁਛ ਰਾਖਾ। ਐ ਵੀ ਭਾਈ ਲਾਲੋ ਜੋ ਤੂੰ ਕੁਝ ਆ ਬਚਿਆ ਕੁਚਿਆ ਕੋਈ ਟੁਕ ਟੁਕ ਰੱਖਿਆ ਉਹ ਲੈ ਕੇ ਆ ਛੇਤੀ। ਲਾਲੋ ਨਿਜ ਘਰ ਆਵਾ ਦੋਰਾ। ਭਾਈ ਭਾਈ ਲਾਲੋ ਗੁਰੂ ਜੀ ਦਾ ਬਚਨ ਮੰਨ ਕੇ ਆਪਣੇ ਘਰ ਵਿੱਚ ਦੌੜ ਕੇ ਬੜੀ ਛੇਤੀ ਆਇਆ ਹੈ। ਦੀਨ ਕੋ ਦਰੇ ਕੋ ਟੁਕ ਟੂਰਾ। ਜਿਹੜਾ ਆ ਬਾਜਰੇ ਦਾ ਟੋਕ ਹੈ ਇੱਕ ਟੁਕੜੀ ਬੁਰਕੀ ਜੀ ਹੈ, ਉਹਨੂੰ ਲੱਭ ਲੁੱਭ ਕੇ ਲੈ ਆਇਆ ਹੈ। ਮਲਕ ਅਸਨ ਸਨ ਗਦ ਮੰਗਾਵਾ। ਸੰਨਿਗਧ ਮੰਗਾਵਾ, ਜਿਹੜਾ ਸੰਨਿਗਧ ਜੋ ਮਲਕ ਭਾਗੋ ਹੈ ਇਸ ਨੇ ਆਪਣਾ ਭੋਜਨ ਹੈ ਘਿਓ ਦੇ ਨਾਲ ਚੋਪੜਿਆ ਥੰਧਿਆਇਆ ਪੂੜੀਆਂ ਛੋਲੇ ਲੈ ਕੇ ਮੰਗਵਾਏ ਹੈ। ਹਮ ਭੋਜ ਮਹਿ ਜੋ ਕਰਵਾਵਾ। ਜੋ ਇਸ ਨੇ ਬ੍ਰਹਮ ਭੋਜਨ ਦੇ ਵਿੱਚ ਤਿਆਰ ਕਰਵਾਇਆ ਸੀ। ਉਪਪੁਰ ਕਾ ਬਹਰ। ਤਿਹਾਵਣ ਜਿਹੜੇ ਹੈ ਭੋਜਨ ਨੇ ਤਿਆਰ ਕਰਾਇਆ ਸੀ, ਜਿਹਦੇ ਵਿੱਚ ਆ ਪੂੜੀਆਂ ਤੇ ਪੂੜੇ ਤੇ 3 ਮੇਲ ਦਾ ਕੜਾਹ ਪ੍ਰਸ਼ਾਦ। ਬੇਬਦ ਆਹਾਰ ਮੰਗਾਏ ਉਤਾਵਲ। ਤਰ੍ਹਾਂ ਤਰ੍ਹਾਂ ਦਾ ਜਿਹੜਾ ਭੋਜਨ ਹੈ ਬੜੀ ਛੇਤੀ ਮੰਗਵਾਇਆ ਹੈ। ਆਗੇ ਸ੍ਰੀ ਨਾਨਕ ਕੀ ਰਾਖੇ। ਉਹ ਬੜੀ ਛੇਤੀ ਮੰਗਵਾ ਕੇ ਦੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸਨਮੁਖ ਅੱਗੇ ਰੱਖ ਦਿੱਤਾ ਹੈ। ਖਾਹੋ ਚਾਹੋ ਸੋ ਮੁਖ ਭਾਖੇ। ਐਵੇਂ ਹੰਕਾਰ ਦੇ ਨਾਲ ਮੁਖੋਂ ਇਹ ਮਲਕ ਭਾਗੋ ਕਹਿੰਦਾ ਵੇਖੋ ਕਿੰਨੇ ਪ੍ਰਕਾਰ ਦਾ ਭੋਜਨ ਹੈ, ਜਿਹੜਾ ਤੁਹਾਡੀ ਚਾਹਨਾ ਇੱਛਾ ਤੁਸੀਂ ਖਾਓ। ਲਾਲੋ ਕੀ ਦਿਸ਼ ਦੇਖ ਦਿਆਲਾ। ਇਧਰ ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਾਲੋ ਦੀ ਤਰਫ ਦੇਖ ਰਹੇ ਵੀ ਇਹ ਵੀ ਕੁਝ ਲਿਆਇਆ ਹੈ। ਦੀਨ ਕੋ ਦਰੇ ਟੁਕ ਦਤਕਾਲਾ। ਤੇ ਉਹ ਜਿਹੜਾ ਬਾਜਰੇ ਦਾ ਟੁਕ ਬੁਰਕੀ ਜੀ ਲੈ ਕੇ ਆਇਆ ਸੀ ਭਾਈ ਲਾਲੋ, ਉਸ ਨੂੰ ਬੜੀ ਛੇਤੀ ਆਪਣੇ ਹੱਥ ਵਿੱਚ ਲੈ ਲਿਆ ਮਹਾਰਾਜ ਜੀ ਨੇ। ਫਿਰ ਜਿਵੇਂ ਅੱਗੇ ਜਾ ਕੇ ਇਸ ਮਲਕ ਭਾਗੋ ਦੇ ਬ੍ਰਹਮ ਭੋਜਨ ਦਾ ਗੁਰੂ ਸਾਹਿਬ ਜੀ ਜਿਹੜਾ ਖੁਲਾਸਾ ਕਰਨਗੇ ਕਿ ਤੇਰਾ ਬ੍ਰਹਮ ਭੋਜ ਹੈ ਕਿ ਜਾਂ ਲਹੂ ਭੋਜ ਹੈ। ਤੇ ਭਾਈ ਲਾਲੋ ਦਾ ਜਿਹਦਾ ਤੂੰ ਕਹਿਣਾ ਵੀ ਇਹ ਟੁੱਕ ਖਾਂਦੇ ਆ ਰੁੱਖੀ ਮਿੱਸੀ ਛਕਦੇ ਆ ਮੇਰਾ ਘਰ ਛੱਡ ਕੇ, ਵੀ ਇਹਦੀ ਰੋਟੀ ਚੰਗੀ ਹੈ ਜਾਂ ਤੇਰੀ ਚੰਗੀ ਹੈ, ਉਹ ਅੱਗੇ ਸਤਿਗੁਰੂ ਮਹਾਰਾਜ ਸਾਰਾ ਨਿਰਣਾ ਕਰਨਗੇ। ਉਹ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਆਪਾਂ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ ਹੈ ਜੀ। ਆਗੇ ਸ੍ਰੀ ਨਾਨਕ ਕੇ ਰਾਖੇ। ਖਾਹੋ ਚਾਹੋ ਸੋ ਮੁਖ ਭਾਖੇ। ਲਾਲੋ ਕੀ ਦਿਸ਼ ਦੇਖ ਦਿਆਲਾ। ਲੀਨਾ ਕੁਦਰੇ ਟੁਕ ਤਤਕਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ। ਹੈ ਨਿਰਗੁਣ ਸਭ ਟੇਕ। ਹੈ